ਜੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਿੰਡ ਸਫੇਰਾ 'ਚ ਫਾਈਨੈਂਸ਼ੀਅਲ ਲਿਟਰੇਸੀ ਕੈਂਪ ਲਗਾ ਰਹੇ ਹਾਂ। ਇਹ ਪਿੰਡਾਂ ਦੇ ਵਿੱਚ ਲਿਟਰੇਸੀ ਕੈਂਪ ਲਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਜੋ ਸਰਕਾਰ ਦੀਆਂ ਸਕੀਮਾਂ ਯੋਜਨਾਵਾਂ ਸਰਕਾਰ ਬਣਾਉਂਦੀ ਹੈ ਜ਼ਿਮੀਂਦਾਰ ਦੇ, ਕਿਸਾਨ ਦੇ, ਆਮ ਆਦਮੀ ਦੀ ਤਰੱਕੀ ਵਾਸਤੇ, ਉੱਥੇ ਅਸੀਂ ਆਪ ਪਹੁੰਚੀਏ, ਉਹਨਾਂ ਨੂੰ ਜਾਣਕਾਰੀ ਦਈਏ ਔਰ ਜੋ ਸਹੀ ਲੋਕ ਨੇ ਉਹਨਾਂ ਨੂੰ ਬੈਂਕ ਤੱਕ ਲਿਜਾ ਕੇ ਉਹਨਾਂ ਨੂੰ ਕਿਸੇ ਕਾਰੋਬਾਰ ਦੇ ਲਾਇਕ ਬਣਾਈਏ। ਇਸ ਸ਼੍ਰਿੰਖਲਾ ਦੇ ਵਿੱਚ ਅਸੀਂ ਕਰੀਬ ਪਟਿਆਲੇ ਦੇ ਵਿੱਚ 25 ਬ੍ਰਾਂਚਾਂ ਨੇ ਸਾਡੀਆਂ ਔਰ ਅਸੀਂ 25 ਦੇ 25 ਬ੍ਰਾਂਚਾਂ ਦੇ ਉਹਨਾਂ ਪਿੰਡਾਂ 'ਚ ਕੈਂਪ ਲਾ ਰਹੇ ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਕਿ ਸਾਡੀ ਪਹੁੰਚ ਘੱਟ ਹੈ ਜਾਂ ਉੱਥੋਂ ਦੇ ਲੋਕ ਸਾਡੇ ਬੈਂਕ 'ਚ ਘੱਟ ਆ ਰਹੇ ਆ। ਜ਼ਿਆਦਾ ਜ਼ੋਰ ਅਸੀਂ ਇਸ ਗੱਲ 'ਤੇ ਦੇ ਰਹੇ ਹਾਂ ਕਿ ਜੋ ਗਵਰਨਮੈਂਟ ਨੇ ਪ੍ਰਾਈਮ ਮਿਨਿਸਟਰ ਫਾਰਮੈਲਾਈਜੇਸ਼ਨ ਆਫ ਮਾਈਕਰੋ ਪ੍ਰੋਸੈਸਿੰਗ ਯੂਨਿਟ 'ਤੇ ਜਿਹੜਾ ਕੰਮ ਸ਼ੁਰੂ ਕੀਤਾ ਹੈ, ਉਹਦੇ 'ਚ ਪਟਿਆਲਾ ਜ਼ਿਲ੍ਹੇ ਦੇ ਵਾਸਤੇ ਉਹਨਾਂ ਨੇ ਗੁਆਵਾ ਰੱਖਿਆ, ਅਮਰੂਦ ਰੱਖਿਆ ਕਿ ਅਮਰੂਦ ਦੀ ਖੇਤੀ ਇੱਥੇ ਜ਼ਿਆਦਾ ਹੁੰਦੀ ਹੈ, ਉਹਦੇ ਫੂਡ ਪ੍ਰੋਡਕਟ ਪ੍ਰੋਸੈਸ ਹੋ ਕੇ ਜਿਹੜੇ ਨਵੇਂ ਬਣਨ ਤਾਂ ਉਸ ਫੂਡ ਦੇ ਨਾਂ ਨਾਲ, ਉਸ ਗੁਆਵਾ ਦੇ ਨਾਂ ਦੇ ਨਾਲ ਪਟਿਆਲਾ ਦੀ ਬ੍ਰਾਂਡਿੰਗ ਹੋਵੇ। ਤਾਂ ਸਾਡੀ ਕੋਸ਼ਿਸ਼ ਹੈ ਕਿ ਗਰੁੱਪਾਂ ਦੇ ਮਾਧਿਅਮ ਨਾਲ, SHG ਦੇ ਮਾਧਿਅਮ ਨਾਲ ਜਾਂ ਇੰਡੀਵਿਜੂਅਲ ਇੰਡਸਟਰੀਅਲਿਸਟ ਹੈ ਜਾਂ ਫੂਡ ਪ੍ਰੋਸੈਸਰ ਹੈਗੇ ਆ, ਉਹ ਲੋਕ ਅੱਗੇ ਆਉਣ ਅਤੇ ਉਹਨਾਂ ਨੂੰ ਟੈਕਨੀਕਲ ਨੌਲੇਜ ਵੀ ਅਸੀਂ ਪ੍ਰੋਵਾਈਡ ਕਰੀਏ ਅਤੇ ਜੋ ਬੈਂਕ ਦੀ ਲੋੜ ਹੈ, ਜਿੱਥੇ ਫਾਈਨਾਂਸ ਦੀ ਲੋੜ ਹੈ, ਪੈਸਿਆਂ ਦੀ ਲੋੜ ਹੈ, ਉਹਨਾਂ ਨੂੰ ਮਿਨੀਮਮ ਰੇਟ ਆਫ ਇੰਟਰਸਟ 'ਤੇ ਪੈਸਾ ਮੁਹੱਈਆ ਕਰਾਈਏ। ਹੁਣ ਸਰਕਾਰ ਦੀ ਇਸ ਸਕੀਮ 'ਚ 35% ਸਬਸਿਡੀ ਹੈ ਉਹਨਾਂ ਇੰਡਸਟਰੀਅਲਿਸਟਾਂ ਲਈ ਜਾਂ ਵਿਲੇਜ ਕਾਟੇਜ ਇੰਡਸਟਰੀ ਵਾਲਿਆਂ ਵਾਸਤੇ ਜੋ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣਗੇ। ਇਹਦੇ ਵਿੱਚ ਵੱਧ ਤੋਂ ਵੱਧ ਸਬਸਿਡੀ 10 ਲੱਖ ਹੈ ਅਤੇ ਲੋਨ ਦੀ ਕੋਈ ਲਿਮਟ ਨਹੀਂ, ਉਹ ਕਿੰਨਾ ਵੀ ਲੈ ਸਕਦਾ ਹੈ। ਜੋ ਸੈਲਫ ਹੈਲਪ ਗਰੁੱਪ ਦੀ ਲੇਡੀਜ਼ ਹੈਗੀਆਂ ਨੇ, ਜੇ ਉਹ ਪਾਰਟੀਸਪੇਟ ਕਰਦੀਆਂ ਨੇ ਇਸ ਕੰਮ 'ਚ ਅਤੇ ਹਰ ਇੱਕ ਸੈਲਫ ਗਰੁੱਪ ਦੇ ਵਿੱਚ ਪਰ ਲੇਡੀ 40,000 ਰੁਪਏ ਦੀ ਗ੍ਰਾਂਟ ਵੀ ਇਸ ਸਕੀਮ 'ਚ ਸਰਕਾਰ ਦੇਣ ਜਾ ਰਹੀ ਹੈ। ਤਾਂ ਸਾਡੀ ਕੋਸ਼ਿਸ਼ ਹੈ ਕਿ ਸਾਡੇ ਪ੍ਰਯਾਸ ਨਾਲ ਜਾਗਰੂਕਤਾ ਆਵੇ, ਲੋਕਾਂ 'ਚ ਫਾਈਨੈਂਸ਼ੀਅਲ ਲਿਟਰੇਸੀ ਆਵੇ, ਲੋਕ ਨਗਦ ਲੈਣ ਦੇਣ ਦੀ ਬਜਾਏ ਡਿਜੀਟਲ ਲੈਣ ਦੇਣ ਵਾਲੇ ਪਾਸੇ ਆਉਣ ਅਤੇ ਜਿੱਥੇ ਲੋੜ ਹੈ ਉੱਥੇ ਬੈਂਕ ਦਾ ਪੈਸਾ ਲੈ ਕੇ ਉਹਦੀ ਸਹੀ ਵਰਤੋਂ ਕਰਕੇ ਆਪਣਾ ਕਾਰੋਬਾਰ ਵੀ ਚਲਾ ਸਕਣ ਅਤੇ ਸਮਾਜ ਨੂੰ ਵੀ ਉੱਚਾ ਉਠਾਉਣ ਅਤੇ ਆਪਦੇ ਕਿਸ਼ਤਾਂ ਵੀ ਭਰ ਸਕਣ। ਤੋ ਐਜੂਕੇਸ਼ਨ ਲਾਉਣ ਵਾਸਤੇ ਅਸੀਂ ਸਪੈਸ਼ਲ ਯੂਨੀਵਰਸਿਟੀਆਂ 'ਚ ਜਾ ਕੇ ਵੀ ਬੱਚਿਆਂ ਨਾਲ ਗੱਲ ਕਰ ਰਹੇ ਹਾਂ ਕਿ ਪਹਿਲਾਂ ਸਾਡੇ ਕੋਲ ਬਹੁਤ ਸਾਰਾ ਬੜਾ ਅਧਿਕਾਰ ਨਹੀਂ ਸੀ। ਹੁਣ ਅੱਜ ਦੇ ਟਾਈਮ 'ਚ ਜੋ ਬੈਂਕ ਨੇ ਸਾਨੂੰ ਦਿੱਤੀਆਂ ਨੇ ਪਾਵਰਾਂ, ਉਹਦੇ ਮੁਤਾਬਕ ਅਸੀਂ ਹਿੰਦੁਸਤਾਨ ਦੇ ਵਿੱਚ ਪੜ੍ਹਨ ਵਾਸਤੇ ਜਾਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਪੜ੍ਹਨ ਵਾਸਤੇ ਵੀ ਬੱਚਿਆਂ ਨੂੰ ਅਸੀਂ ਉਹਨਾਂ ਦੀ ਲੋੜ ਮੁਤਾਬਕ ਪੈਸਾ ਦੇ ਸਕਦੇ ਹਾਂ ਔਰ ਕਾਫੀ ਪੈਸਾ ਦੇ ਸਕਦੇ ਹਾਂ। 1 ਕਰੋੜ ਰੁਪਏ ਤੱਕ ਵੀ ਅਸੀਂ ਮੁਲਕ ਦੇ ਵਿੱਚ ਜਾਂ ਮੁਲਕ ਤੋਂ ਬਾਹਰ ਜਾ ਕੇ ਪੜ੍ਹਨ ਵਾਸਤੇ ਪੈਸਾ ਦੇ ਸਕਦੇ ਹਾਂ। ਜਿੱਥੇ ਗੱਲ ਆਉਂਦੀ ਹੈ ਐਗਰੀ ਇਨਫਰਾਸਟਰਕਚਰ ਦੀ ਕਿ ਕੋਲਡ ਚੇਨ ਬਣਾਈ ਜਾਵੇ ਜਾਂ ਇੱਕ ਥਾਂ ਤੋਂ ਦੂਜੀ ਥਾਂ ਫਲ ਸਬਜ਼ੀਆਂ ਜਿਹੜੀਆਂ ਨੇ ਉਹ ਟਰਾਂਸਪੋਰਟ ਕੀਤੀਆਂ ਜਾਣ, ਉਹ ਟਰਾਂਸਪੋਰਟੇਸ਼ਨ ਦਾ ਰਸਤੇ ਦੇ ਵਿੱਚ ਜਿੱਥੇ AC ਗੱਡੀਆਂ ਦੀ ਲੋੜ ਹੈ ਜਾਂ ਕੋਈ ਇਨਫਰਾਸਟਰਕਚਰ ਦੀ ਲੋੜ ਹੈ, ਉੱਥੇ ਵੀ ਸਾਡੀ ਜ਼ਿਆਦਾ ਕੋਸ਼ਿਸ਼ ਹੈ ਕਿ ਜ਼ਿਮੀਂਦਾਰਾਂ ਤੱਕ ਉਹ ਸਹੂਲਤ ਪਹੁੰਚੇ ਤਾਂ ਜੋ ਉਹਨਾਂ ਦੀ ਜਿਣਸ ਦੀ ਸਹੀ ਕੀਮਤ ਜਿੱਥੇ ਅਵੇਲੇਬਲ ਹੈ ਉੱਥੇ ਤੱਕ ਨੂੰ ਆਪਣੀ ਜਿਣਸ ਪਹੁੰਚਾ ਕੇ ਆਪਣੀ ਕੀਮਤ ਵਸੂਲ ਕਰ ਸਕੇ। ਜੇ ਪਿੰਡਾਂ ਦੇ ਵਿੱਚ ਕਿਸੇ ਨੇ ਛੋਟੇ ਗੋਡਾਊਨ ਬਣਾਉਣੇ ਆ, ਸਮਾਲ ਵੇਅਰ ਹਾਊਸ ਬਣਾਉਣੇ ਆ ਜਾਂ ਕੋਲਡ ਸਟੋਰ ਬਣਾਉਣੇ ਆ, ਉਹਦੇ ਵਾਸਤੇ ਵੀ ਅਸੀਂ ਸਕੀਮਾਂ ਦੇ ਰਹੇ ਹਾਂ, ਯੋਜਨਾਵਾਂ ਦੇ ਰਹੇ ਹਾਂ, ਉਹਨਾਂ ਨੂੰ ਪ੍ਰਚਾਰ ਵੀ ਕਰ ਰਹੇ ਹਾਂ। ਤਾਂ ਜੋ ਬੇਰੁਜ਼ਗਾਰ ਨੌਜਵਾਨ ਨੇ ਖਾਸ ਕਰਕੇ ਜਿਹੜੇ ਨੌਕਰੀ ਦੇ ਆਸੇ ਪਾਸੇ ਭੱਜਦੇ ਫਿਰਦੇ ਆ, ਟਾਈਮ ਵੀ ਕਾਫੀ ਲਗਾ ਲਿਆ ਉਹਨਾਂ ਨੇ, ਜ਼ਿੰਦਗੀ ਦੇ 30-30 35-35 ਸਾਲ ਵੀ ਨਿਕਲ ਗਏ, ਉਹਨਾਂ ਸਾਰੇ ਨੌਜਵਾਨਾਂ ਨੂੰ ਮੇਰੀ ਇਹ ਗੁਜ਼ਾਰਿਸ਼ ਹੈ ਕਿ ਉਹ ਆਪਣਾ ਕਾਰੋਬਾਰ ਕਰਨ। ਆਪਣਾ ਕਾਰੋਬਾਰ ਕਰਨ ਵਾਸਤੇ ਜਿੱਥੇ ਪੈਸਿਆਂ ਦੀ ਲੋੜ ਹੈ ਉੱਥੇ ਪੰਜਾਬ ਗ੍ਰਾਮੀਣ ਬੈਂਕ ਹਰ ਵਕਤ ਤੁਹਾਡੇ ਨਾਲ ਖੜ੍ਹਾ ਹੈ। ਨਾ ਤਾਂ ਕਿਸੇ ਨੂੰ ਕੋਈ ਸਿਫਾਰਿਸ਼ ਦੀ ਲੋੜ ਹੈ, ਨਾ ਕਿਸੇ ਨੂੰ ਗਲਾਸ ਪਾਣੀ ਪਿਆਉਣ ਦੀ ਲੋੜ ਹੈ। ਤੁਸੀਂ ਸਿੱਧਾ ਆਪਣੇ ਮੈਨੇਜਰ ਕੋਲ ਜਾਓ, ਆਪਣੀ ਸਕੀਮ ਦਿਓ ਔਰ ਉਸ ਸਕੀਮ ਦੇ ਮੁਤਾਬਿਕ ਜੋ ਵੀ ਹੈਲਪ ਹੋਏਗੀ ਉਹ ਅਸੀਂ ਜ਼ਰੂਰ ਕਰਾਂਗੇ ਔਰ ਸਾਡਾ ਵਾਅਦਾ ਵੀ ਹੈ ਔਰ ਸਾਡਾ ਪਾਸਟ ਟਰੈਕ ਹੈ। ਸੰਨ 85 ਤੋਂ 84-85 ਤੋਂ ਪੰਜਾਬ ਦੇ ਵਿੱਚ ਅਸੀਂ ਗ੍ਰਾਮੀਣ ਬੈਂਕ ਦੇ ਰੂਪ 'ਚ ਕੰਮ ਕਰਦੇ ਆਏ ਹਾਂ। ਬੇਸ਼ੱਕ ਪੰਜਾਬ ਗ੍ਰਾਮੀਣ ਬੈਂਕ 1-1-19 ਨੂੰ ਬਣਿਆ, ਲੇਕਿਨ ਇਸ ਤੋਂ ਪਹਿਲਾਂ 1985 ਤੋਂ ਅਲੱਗ-ਅਲੱਗ ਹਿੱਸਿਆਂ 'ਚ ਕਿਤੇ ਕਪੂਰਥਲਾ ਫਿਰੋਜ਼ਪੁਰ ਗ੍ਰਾਮੀਣ ਬੈਂਕ, ਕਿਤੇ ਮਾਲਵਾ ਗ੍ਰਾਮੀਣ ਬੈਂਕ, ਕਿਤੇ MGB ਦੇ ਨਾਮ 'ਤੇ ਤੁਸੀਂ ਇੱਥੋਂ ਦੇਖਿਆ ਅਲੱਗ-ਅਲੱਗ ਡਿਸਟ੍ਰਿਕਾਂ, 2-2 ਡਿਸਟ੍ਰਿਕਾਂ ਦੇ ਬੈਂਕ ਸੀ ਔਰ ਹੁਣ ਪੰਜਾਬ ਦੇ ਵਿੱਚ ਇਕੱਲਾ ਇੱਕ ਪੰਜਾਬ ਗ੍ਰਾਮੀਣ ਬੈਂਕ ਹੈ। ਇੱਕੋ ਹੀ ਮਿਸ਼ਨ ਹੈ ਕਿ ਆਪਣੇ ਮੁਲਕ ਦੀ ਤਰੱਕੀ ਹੋਵੇ, ਜੋ ਸਾਡਾ ਪਿੰਡ ਹੈ ਉਹ ਚੜ੍ਹਦੀ ਕਲਾ 'ਚ ਰਹੇ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਥੈਂਕਸ ਕਰਦਾ ਕਿ ਤੁਸੀਂ ਸਾਡੀ ਗੱਲਬਾਤ ਸੁਣੀ ਹੈ ਔਰ ਉਮੀਦ ਕਰਾਂਗਾ ਕਿ ਤੁਸੀਂ ਮੰਨ ਕੇ ਤੇ ਜ਼ਰੂਰ ਆਪਣੇ ਪਿੰਡ ਨੂੰ, ਸਮਾਜ ਨੂੰ ਤਰੱਕੀ ਦੇ ਰਸਤੇ ਲਿਜਾਓਗੇ। ਥੈਂਕ ਯੂ। ਜਦੋਂ ਸਰ ਦਾ ਜਿਵੇਂ ਐਕਸੀਡੈਂਟ ਹੋਇਆ, ਸਰ ਨੇ ਜਦੋਂ ਕੋਲੰਬੀਆ ਏਸ਼ੀਆ ਜਦੋਂ ਐਡਮਿਟ ਹੋਏ, ਸਾਨੂੰ ਪਤਾ ਉਸ ਟਾਈਮ ਤੇ ਕਿਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਗਈ ਸੀ। ਇਹ ਤਾਂ ਸਰ ਦਾ ਉਸ ਟਾਈਮ ਤੇ ਹੈਲਥ ਇੰਸ਼ੋਰੈਂਸ ਆਲਰੇਡੀ ਹੋਇਆ ਹੋਇਆ ਸੀ
ਤਾਂ ਜਿਹੜਾ ਵੀ ਉਹਨਾਂ ਦਾ ਖਰਚਾ ਆਇਆ ਸਰ ਨੂੰ ਉਹਨਾਂ ਚੋਂ ਉਸ ਪੈਸਿਆਂ ਚੋਂ ਕੁਝ ਨਹੀਂ ਦੇਣਾ ਪਿਆ। ਰੀਜ਼ਨ ਬਿੰਗ ਕਿ ਉਹਨਾਂ ਨੇ ਇਹ ਇੰਸ਼ੋਰੈਂਸ ਕਰਵਾਇਆ ਹੋਇਆ ਸੀ। ਉਹਨਾਂ ਦੀ ਰੀਸ 'ਚ ਜਦੋਂ ਮੈਨੂੰ ਇਹ ਇੰਸ਼ੋਰੈਂਸ ਸਕੀਮ ਬਾਰੇ ਪਤਾ ਸੀ ਆਲਰੇਡੀ, ਸਭ ਤੋਂ ਪਹਿਲਾਂ ਮੈਂ ਆਪਣੇ ਮੰਮਾ ਪਾਪਾ ਦੀ ਕਰਾਈ। ਉਸ 'ਚ ਕੀ ਹੈ ਦੇਖੋ, ਜੇ ਇੱਕ ਜਣਾ ਵੀ ਕਵਰ ਹੈ ਉਹਦੇ ਨਾਲ ਤੁਹਾਡੇ ਫੈਮਿਲੀ ਮੈਂਬਰਸ ਨਾਲ ਕਵਰ ਨੇ। ਸਭ ਤੋਂ ਵੱਡਾ ਐਡਵਾਂਟੇਜ ਇਹ ਹੈ। 1 ਸਾਲ ਦੇ ਵਿੱਚ ਵੀ ਜੇ ਤੁਸੀਂ 8,000 ਰੁਪਇਆ 8,386 ਰੁਪਏ ਵੀ ਦੇ ਰਹੇ ਹੋ ਜਾਂ 15,400 ਦੇ ਰਹੇ ਹੋ ਸਾਲ ਦਾ, ਉਹਦੇ ਵਿੱਚ ਤੁਹਾਡੇ ਸਾਰੇ ਫੈਮਿਲੀ ਮੈਂਬਰ ਨਾਲ ਕਵਰ ਹੋ ਰਹੇ ਹੈ। ਜੇ ਅਗਰ ਤੁਸੀਂ ਆਪ ਕਰਾਉਂਦੇ ਹੋ, ਤੁਹਾਡੇ ਨਾਲ ਤੁਹਾਡੀ ਵਾਈਫ 3 ਮਹੀਨੇ ਤੋਂ ਲੈ ਕੇ 24 ਸਾਲ ਤੱਕ ਦੇ ਤੁਹਾਡੇ ਬੱਚੇ, ਉਹ ਸਾਰੇ ਇਸ ਇੰਸ਼ੋਰੈਂਸ 'ਚ ਕਵਰ ਨੇ। ਤਾਂ ਕੋਈ ਵੀ ਹਸਪੀਟਲ ਦੇ ਕੋਈ ਵੀ ਚਾਰजेस ਹੁੰਦੇ ਆ, ਸਾਰੇ ਦੇ ਸਾਰੇ ਤੁਹਾਨੂੰ ਕੈਸ਼ਲੈਸ ਟ੍ਰੀਟਮੈਂਟ ਮਿਲ ਰਿਹਾ ਹੈ। ਤਾਂ ਇਸ ਤੋਂ ਵੱਡਾ ਐਡਵਾਂਟੇਜ ਆਪਾਂ ਲਈ ਕੀ ਹੋ ਸਕਦਾ ਹੈ? ਹਾਂਜੀ, ਫੋਰਟਿਸ ਹੈ, ਕੋਲੰਬੀਆ, ਅਮਰ ਹਸਪੀਟਲ, ਸਾਰੇ ਦੇ ਸਾਰੇ ਹਸਪੀਟਲਸ ਇਸ ਦੇ ਵਿੱਚ ਇੰਕਲੂਡਡ ਹੈ। ਜੇ ਆਪਾਂ ਬਾਕੀ ਸਕੀਮਸ ਦੀ ਵੀ ਗੱਲ ਕਰੀਏ, ਜਿਵੇਂ 12 ਰੁਪਏ 330 ਰੁਪਏ ਸਾਲ 'ਚ 12 ਰੁਪਏ ਨਾਲ ਹੀ ਤੁਹਾਡਾ ਐਕਸੀਡੈਂਟਲ ਇੰਸ਼ੋਰੈਂਸ ਕਵਰ ਹੋ ਰਿਹਾ ਹੈ ਅਤੇ ਤੁਹਾਨੂੰ 2 ਲੱਖ ਦਾ ਇਸ 'ਚ ਕਵਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ 'ਚ ਡਿਸੇਬਿਲਿਟੀ ਦਾ ਵੀ ਇੰਸ਼ੋਰੈਂਸ ਕਵਰਡ ਹੈ। ਬਾਏ ਚਾਂਸ ਤੁਹਾਡੇ ਐਕਸੀਡੈਂਟ 'ਚ ਕੋਈ ਐਜੀ ਸੱਟ ਫੇਟ ਲੱਗਦੀ ਹੈ ਜਿਸ ਨਾਲ ਤੁਹਾਡੇ ਕੋਈ ਅੰਗ ਖਰਾਬ ਹੋ ਜਾਂਦਾ ਹੈ, ਤਾਂ ਵੀ ਤੁਹਾਨੂੰ ਸਰਕਾਰ ਵੱਲੋਂ 1 ਲੱਖ ਰੁਪਇਆ ਤੁਹਾਡੀ ਸਹਾਇਤਾ ਲਈ ਮਿਲਦਾ ਹੈ। 330 ਰੁਪਏ ਵਿੱਚ ਤਾਂ ਤੁਹਾਨੂੰ ਸਰ ਨੇ ਆਲਰੇਡੀ ਦੱਸ ਹੀ ਦਿੱਤਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਨੁਕਸਾਨ ਹੋ ਜਾਏ ਜਾਨ ਦਾ ਤਾਂ ਵੀ ਮਿਲੇਗਾ। ਪਲੱਸ ਜਿਹੜੀ ਅਟਲ ਪੈਨਸ਼ਨ ਯੋਜਨਾ ਹੈ ਸਰਕਾਰ ਵੱਲੋਂ, ਉਹ ਤਾਂ ਬਹੁਤ ਹੀ ਫਾਇਦੇਮੰਦ ਹੈ, ਕਿਉਂਕਿ ਅੱਜ ਕੱਲ੍ਹ ਦੇ ਟਾਈਮ 'ਚ ਮੈਨੂੰ ਨਹੀਂ ਲੱਗਦਾ ਕਿ ਅਗਰ ਕੋਈ ਸਰਕਾਰੀ ਨੌਕਰੀ ਨਹੀਂ ਈਵਨ ਕਿ ਸਰਕਾਰੀ ਨੌਕਰੀ ਵਾਲਿਆਂ ਦੀ ਵੀ ਪੈਨਸ਼ਨ ਨਹੀਂ ਹੈ ਅੱਗੇ, ਤਾਂ ਬੈਟਰ ਹੈ ਕਿ ਅਗਰ ਆਪਾਂ ਆਪਣਾ ਫਿਊਚਰ ਸਿਕਿਉਰ ਕਰਨਾ ਹੈ, 18 ਸਾਲ ਤੋਂ ਲੈ ਕੇ 40 ਸਾਲ ਦੇ ਜਿੰਨੇ ਵੀ ਲੋਕ ਨੇ ਉਹ ਇਸ ਪੈਨਸ਼ਨ ਸਕੀਮ ਦੇ ਵਿੱਚ ਅਪਲਾਈ ਕਰ ਸਕਦੇ ਹੈ। ਮੰਥਲੀ ਕੁਛ ਰਾਸ਼ੀ ਆਪਣੇ ਲਈ ਜਮ੍ਹਾਂ ਕਰਨੀ ਹੈ, ਜਿਹੜੀ ਉਹ ਆਪਣੇ ਹੀ 60 ਸਾਲ ਤੋਂ ਬਾਅਦ ਆਪਣੇ ਲਈ ਹੀ ਕੰਮ ਆਊਗੀ। ਅਤੇ ਜੇ ਬਾਈ ਚਾਂਸ ਆਪਾਂ ਨੂੰ ਕੁਛ ਹੋ ਜਾਂਦਾ ਹੈ ਤਾਂ ਵੀ ਪਰਿਵਾਰ ਨੂੰ, ਜਿਹਨੂੰ ਤੁਸੀਂ ਵਾਰਸ ਪਾਇਆ ਹੈ, ਉਹਨੂੰ 3.5 ਲੱਖ ਤੋਂ ਰੁਪਏ ਸ਼ੁਰੂ ਹੁੰਦੇ ਆ, ਅਤੇ ਸਭ ਨੂੰ ਉਹਨਾਂ ਐਡਵਾਂਟੇਜ ਜਿਹੜਾ ਹੈ ਇਸ 'ਚ ਮਿਲਦਾ ਰਹੇਗਾ। ਤੁਹਾਡਾ ਪੈਸਾ ਕੋਈ ਖਰਾਬ ਨਹੀਂ ਜਾਏਗਾ, ਜਿੰਨਾ ਤੁਸੀਂ ਭਰਿਆ ਉਹ ਤੁਹਾਨੂੰ ਵਾਪਸ ਮਿਲ ਜਾਏਗਾ। ਜੇ ਪੈਨਸ਼ਨ ਲੱਗਦੀ ਤਾਂ ਸਭ ਤੋਂ ਵਧੀਆ ਗੱਲ ਹੈ ਕਿ 60 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਪਹਿਲੇ 61ਵੇਂ ਸਾਲ ਦੇ ਪਹਿਲੇ ਸ਼ੁਰੂ ਹੁੰਦੇ ਸਾਰ ਹੀ ਤੁਹਾਨੂੰ ਨਾਲ ਦੇ ਨਾਲ ਪੈਨਸ਼ਨ ਲੱਗ ਗਈ। 1000 ਰੁਪਇਆ, 2000, 3000, 4, 5 ਜਿੰਨੇ ਦੀ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ, ਜਾਂ ਪਹਿਲਾਂ ਸਪੋਜ਼ ਤੁਸੀਂ 1000 ਰੁਪਏ ਤੋਂ ਸ਼ੁਰੂ ਕੀਤੀ ਹੈ ਅਤੇ ਬਾਅਦ 'ਚ ਤੁਸੀਂ ਵਧਵਾਉਣਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ। ਇਸ ਨਾਲ ਕੀ ਹੋਏਗਾ ਕਿ ਜਦੋਂ ਤੁਹਾਡਾ ਬੁਢਾਪਾ ਆਇਆ ਹੈ, ਤੁਸੀਂ ਜਦੋਂ ਕੋਈ ਕੰਮ ਨਹੀਂ ਕਰ ਸਕਦੇ, ਐਟਲੀਸਟ ਆਪਣੀ ਦਵਾਈਆਂ ਦੇ ਪੈਸੇ ਉਹ ਸਾਰੇ ਆਪਾਂ ਨੂੰ ਸਰਕਾਰ ਵੱਲੋਂ ਪਿੱਛੋਂ ਹੀ ਮਿਲਣਗੇ। ਆਪਾਂ ਨੂੰ ਕੋਈ ਹੋਰ ਪੈਨਸ਼ਨ ਦਾ ਵੇਟ ਕਰਨ ਦੀ ਲੋੜ ਨਹੀਂ ਪਏਗੀ। ਠੀਕ ਹੈ ਜੀ। ਆਪਣੇ ਧਾਲੀਵਾਲ ਸਰ ਆਏ ਹੋਏ ਹੈਗੇ ਜੀ NRLM ਤੋਂ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਲੇਡੀਜ਼ ਨੂੰ ਦੱਸ ਰਿਹਾ ਸੀਗਾ ਵੀ ਜਿਹੜੀ ਸਬਸਿਡਾਈਜ਼ ਰੇਟ 'ਤੇ ਆਪਾਂ ਨੂੰ ਪੈਸਾ ਮਿਲਦਾ ਹੈਗਾ, ਰੇਟ ਆਫ ਡਿਫਰੈਂਸ ਦਾ ਜਿਹੜਾ ਹੈਗਾ, ਉਹ ਸਾਰਾ ਵਿਸਤਾਰ ਦੇ ਵਿੱਚ ਹੁਣ ਧਾਲੀਵਾਲ ਸਰ ਨਵਦੀਪ ਜੀ ਆਏਂਗੇ ਸਟੇਜ 'ਤੇ ਅਤੇ ਤੁਹਾਨੂੰ ਇਸ ਚੀਜ਼ ਦੀ ਬਾਰੇ ਦੱਸੇਂਗੇ। ਨਵਦੀਪ ਜੀ ਪਲੀਜ਼। ਪੰਜਾਬ ਗ੍ਰਾਮੀਣ ਬੈਂਕ ਵੱਲੋਂ ਇਕੱਠੇ ਕੀਤੇ ਗਏ ਸਾਰੇ ਸਫੇਡਾ ਦੇ ਮੁਖਤਬਰ ਬੰਦੇ ਤੇ ਬੀਬੀਆਂ ਭੈਣਾਂ, ਤੇ ਜਿਹਦੇ ਮਕਸਦ ਲਈ ਤੁਸੀਂ ਇਕੱਠੇ ਹੋਏ ਹੋ, ਬੈਂਕਾਂ ਦੀਆਂ ਜੋ ਸਹੂਲਤਾਂ ਨੇ ਤੁਹਾਨੂੰ ਮਿਲ ਰਹੀਆਂ ਨੇ, ਉਹਨਾਂ ਲਈ ਆਪਾਂ ਅੱਜ ਜਾਣਕਾਰੀ ਲਈ ਇਕੱਠੇ ਹੋਏ ਹਾਂ। ਅਤੇ ਇਸ ਤੋਂ ਪਹਿਲਾਂ ਅਸੀਂ ਵੀ ਤੁਹਾਡੇ ਪਿੰਡ ਆਏ ਜਦੋਂ ਤੁਹਾਡੇ ਗਰੁੱਪ ਬਣਾਏ ਗਏ ਬੀਬੀਆਂ ਦੇ ਸੈਲਫ ਹੈਲਪ ਗਰੁੱਪ, ਜਿਨ੍ਹਾਂ ਬਾਰੇ ਇਹਨਾਂ ਨੇ ਗੱਲ ਕੀਤੀ ਹੈ, ਜਿਹਦੇ ਰਾਹੀਂ ਅੱਗੇ ਆਪਾਂ ਬੈਂਕਾਂ 'ਚ ਜੁੜੇ। ਬੈਂਕਾਂ 'ਚ ਜੁੜ ਕੇ ਜਿੱਥੇ ਆਪਾਂ ਆਪਣੇ ਪੈਸੇ ਦੀ ਬਚਤ ਕਰਨ ਸਿੱਖੇ, ਉਹ ਪੈਸੇ ਨੂੰ ਸਹੀ ਢੰਗ ਨਾਲ ਵਰਤੋਂ ਕਰਨ ਸਿੱਖੇ। ਉਦੋਂ ਬਿਨਾਂ ਆਪਾਂ ਨੇ ਬੈਂਕ ਨਾਲ ਜੁੜ ਕੇ ਜਿੱਥੇ ਸਰਕਾਰ ਵੱਲੋਂ ਸਹੂਲਤਾਂ ਮਿਲੀਆਂ, ਤੁਹਾਨੂੰ 15,000 ਦਾ ਫੰਡ ਮਿਲਿਆ, ਫਿਰ 50,000 ਦਾ ਫੰਡ ਮਿਲਿਆ, ਬੈਂਕ ਨੇ 1 ਲੱਖ ਤੋਂ ਲੈ ਕੇ 3 ਲੱਖ ਤੱਕ ਦੇ ਆਪਣੇ ਲੋਨ ਕੀਤੇ, ਜਿਹ 'ਚ ਜਿਵੇਂ ਇਹਨਾਂ ਨੇ ਦੱਸਿਆ ਹੀ ਆ ਵੀ ਕਿਤੇ ਇੱਕ ਨਵਾਂ ਪੈਸਾ ਵੀ ਤੁਹਾਡਾ ਖਰਚ ਨਹੀਂ ਹੋਇਆ। ਆਮ ਤੌਰ 'ਤੇ ਖੇਤੀ ਵਾਲੇ ਵੀਰ ਬੋਲ ਰਹੇ ਸੀ ਕਿ ਸਾਡੀਆਂ ਲਿਮਟਾਂ ਬਣਦੀਆਂ, ਉਹ 'ਚ ਕਿੰਨੀ ਖੱਜਲ ਖੁਆਰੀ ਹੁੰਦੀ ਆ, ਕੀ ਕੁਛ ਹੁੰਦਾ, ਉਹ 'ਚ ਜ਼ਮੀਨ ਵੀ ਆਪਣੀ ਪਲੱਜ ਕੀਤੀ ਜਾਂਦੀ ਆ ਬੈਂਕ ਕੋਲੇ, ਫਿਰ ਆਪਣੀ 2 ਲੱਖ ਦੀ 3 ਲੱਖ ਦੀ ਲਿਮਟ ਬਣਦੀ ਆ। ਜਿਹੜੇ ਆਪਣੇ ਗਰੁੱਪਾਂ 'ਚ ਜੁੜੀਆਂ ਹੋਈਆਂ ਭੈਣਾਂ ਨੇ, ਇਹਨਾਂ ਵਾਸਤੇ ਕੋਈ ਇਹ ਨਹੀਂ ਵੀ ਤੁਸੀਂ ਕੁਛ ਬੈਂਕ ਨੂੰ ਪਲੱਜ ਕਰਾਉਣਾ, ਸਿਰਫ ਇੱਕ ਗਰੁੱਪ ਚੱਲਦਾ ਹੋਣਾ ਚਾਹੀਦਾ, ਉਹਦੀ ਬਚਤ ਇਕੱਠੀ ਹੋਣੀ ਚਾਹੀਦੀ ਆ, ਉਹਦਾ ਆਪਸੀ ਲੈਣ ਦੇਣ ਸਹੀ ਹੋਣਾ ਚਾਹੀਦਾ, ਜਿਹਦੇ ਬੇਸ 'ਤੇ ਫਿਰ ਆਪਾਂ ਉਹ ਲੋਨ ਆ ਜਿਹੜਾ ਲੈ ਸਕਦੇ ਹਾਂ। ਇਸ ਤਰ੍ਹਾਂ 3 ਲੱਖ ਤੱਕ ਨਹੀਂ, ਉਦੋਂ ਬਾਅਦ ਵੀ ਜੇ ਤੁਹਾਡਾ ਸਹੀ ਚੱਲੀ ਜਾਂਦਾ 3 ਤੋਂ 5, 5 ਤੋਂ 7, 7 ਤੋਂ 10 ਲੱਖ ਰੁਪਏ ਤੱਕ ਦਾ ਆਪਾਂ ਲੋਨ ਲੈ ਸਕਦੇ ਹਾਂ, ਆਪਦੇ ਕੰਮ ਕਾਰ ਕਰ ਸਕਦੇ ਹਾਂ। ਕਈ ਬੀਬੀਆਂ ਭੈਣਾਂ ਨੇ ਸਾਡੀਆਂ ਜਿਨ੍ਹਾਂ ਨੇ ਆਪਦੇ ਘਰ ਵਾਲਿਆਂ ਦੀ ਮਦਦ ਲਈ, ਖੇਤੀ ਦੇ ਕੋਈ ਸੰਦਾਂ ਲਈ, ਜਾਂ ਕਿਸੇ ਨੇ ਕੋਈ ਆਟੋ ਰਿਕਸ਼ੇ ਲਈ, ਕਿਸੇ ਨੇ ਦੁਕਾਨ ਲਈ ਪੈਸੇ ਵਰਤੇ ਨੇ।
ਜਾਂ ਆਪਦੇ ਕਾਰੋਬਾਰ ਕੀਤੇ ਨੇ, ਕਿਸੇ ਨੇ ਬੁਟੀਕ ਖੋਲ੍ਹੀ ਆ, ਕਿਸੇ ਨੇ ਕੋਈ ਹੋਰ ਬਿਊਟੀ ਪਾਰਲਰ ਦਾ ਕੰਮ ਕੀਤਾ ਜਾਂ ਕੋਈ ਸਬਜ਼ੀ ਭਾਜੀ ਦਾ ਕੰਮ ਕੀਤਾ, ਅੱਡ ਅੱਡ ਕੰਮ ਕੀਤੇ ਨੇ। ਜਿਵੇਂ ਇਹਨਾਂ ਨੇ ਉੱਦਮ ਕੀਤਾ ਬਹੁਤ ਵਧੀਆ, ਤੇ ਇਹਨਾਂ ਵੱਲੋਂ ਇੰਨਾ ਸਹਿਯੋਗ ਸਾਨੂੰ ਮਿਲਦਾ ਵੀ ਜਾਂ ਸਾਡੀ ਫਾਈਲ ਉੱਥੇ ਜਾਂਦੀ ਆ, ਕੀ ਕਹਿਣਾ, ਕਿਤੇ ਕੋਈ ਕਿੰਤੂ ਪਰੰਤੂ ਹੋ ਜੇ, ਜੇ ਕੋਈ ਸਾਡੀ ਗਲਤੀ ਰਹਿ ਜੇ, ਨਹੀਂ ਇਹਨਾਂ ਵੱਲੋਂ ਪਹਿਲ ਦੇ ਆਧਾਰ ਤੇ ਸਾਡੇ ਜਿਹੜੇ ਲੋਨ ਨੇ ਉਹ ਕੀਤੇ ਜਾਂਦੇ ਨੇ। ਇਹਨਾਂ ਦਾ ਧੰਨਵਾਦ ਹੈ। ਤੇ ਤੁਹਾਨੂੰ ਇਹ ਮੇਰੀ ਅਪੀਲ ਹੈ ਕਿ ਜਿਹੜੀਆਂ ਬੀਬੀਆਂ ਭੈਣਾਂ ਗਰੁੱਪਾਂ 'ਚ ਨਹੀਂ ਜੁੜੀਆਂ ਹੋਈਆਂ, ਉਹ ਗਰੁੱਪਾਂ 'ਚ ਜੁੜਨ, ਸਹੀ ਲੈਣ ਦੇਣ ਕਰਨ, ਤਾਂ ਕਿ ਆਪਾਂ ਅੱਗੇ ਨੂੰ ਆਪਣੇ ਹੋਰ ਕਾਰੋਬਾਰ ਵੀ ਕਰ ਸਕੀਏ। ਕਿਉਂਕਿ ਸਰਕਾਰੀ ਸਕੀਮਾਂ ਆਉਂਦੀਆਂ ਬਹੁਤ ਨੇ, ਆਪਣੇ ਤੱਕ ਪਹੁੰਚਦੀਆਂ ਹੀ ਨਹੀਂ। ਜੇ ਤੁਸੀਂ ਗਰੁੱਪਾਂ 'ਚ ਜੁੜੋਗੇ ਤੁਹਾਨੂੰ ਸਰਕਾਰੀ ਸਕੀਮ ਦਾ ਪਤਾ ਲੱਗੂਗਾ। ਅੱਜ ਬੈਂਕਾਂ ਨੇ ਤੁਹਾਨੂੰ ਕਿੰਨਾ ਕੁਝ ਦੱਸਿਆ, ਜੇ ਆਪਾਂ ਉਹ 'ਚ ਜੁੜਾਂਗੇ ਤਾਂ ਆਪਾਂ ਨੂੰ ਉਹਦਾ ਫਾਇਦਾ ਹੋਣਾ। ਜੇ ਆਪਾਂ ਜੁੜਨਾ ਹੀ ਨਹੀਂ ਕਿਸੇ ਚੀਜ਼ ਨਾਲ ਤਾਂ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਨਾ ਆਪਾਂ ਨੂੰ ਜਾਣਕਾਰੀ ਮਿਲਣੀ ਆ। ਇਸ ਕਰਕੇ ਪਹਿਲਾਂ ਬੀਬੀਆਂ ਚਾਰ ਦੀਵਾਰੀ 'ਚ ਬੰਦ ਸੀ, ਹੁਣ ਇਹੀ ਬੀਬੀਆਂ ਭੈਣਾਂ ਗਰੁੱਪਾਂ 'ਚ ਆ ਕੇ ਕਿੰਨਾ ਕੁਛ ਸਿੱਖਣ ਲੱਗੀਆਂ ਨੇ, ਅੱਗੇ ਜਾਣ ਲੱਗੀਆਂ ਨੇ। ਕੋਈ ਬੈਂਕ ਸਖੀਆਂ ਵੀ ਬਣਾਈਆਂ, ਜਿਵੇਂ ਇਹਨਾਂ ਦੇ ਬੈਂਕ 'ਚ ਵੀ ਇੱਕ ਬੀਬੀ ਬੈਠੀ ਹੈ। ਹਰ ਇੱਕ ਥਾਵਾਂ 'ਤੇ ਐਂ ਸਾਡੇ ਬੈਂਕਾਂ 'ਚ ਬੀਬੀਆਂ ਕੰਮ ਕਰਨ ਲੱਗ ਗਈਆਂ। ਕਿਉਂਕਿ ਜੇ ਆਪਾਂ ਇਹਨਾਂ ਨੂੰ ਮੌਕਾ ਦੇਵਾਂਗੇ ਤਾਂ ਆਪਾਂ ਤੁਹਾਡੇ ਲਈ ਇੱਕ ਸਹਾਰਾ ਲੱਗਦਾ। ਕਿੱਥੇ ਤੁਸੀਂ ਨੇ 5000 10,000 ਕਮਾਉਣੇ ਹੋ, ਤੁਹਾਡੇ ਨਾਲ ਜੇ 2000 ਦੀ ਮਦਦ ਵੀ ਲੱਗ ਗਈ ਤਾਂ ਉਹਦੇ ਨਾਲ ਆਪਣਾ ਘਰ ਅੱਗੇ ਵੱਧਦਾ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਤੇ ਮੇਰੀ ਬੇਨਤੀ ਇਹ ਆ ਵੀ ਇਹਨਾਂ ਗਰੁੱਪਾਂ ਨੂੰ ਵਧੀਆ ਢੰਗ ਨਾਲ ਚਲਾਓ। ਜਿਹੜੇ ਤੁਹਾਡੇ ਘਰ ਦੇ ਬੀਬੀਆਂ ਭੈਣਾਂ ਗਰੁੱਪਾਂ 'ਚ ਨਹੀਂ ਜੁੜੀਆਂ, ਉਹਨਾਂ ਨੂੰ ਵੀ ਜੋੜੋ, ਉਹਨਾਂ ਨੂੰ ਪ੍ਰੇਰਿਤ ਕਰੋ ਵੀ ਇੱਧਰ ਜੁੜ ਕੇ ਆਪਾਂ ਕਿੰਨੀਆਂ ਸਹੂਲਤਾਂ ਲੈ ਸਕਦੇ ਹਾਂ, ਸਰਕਾਰ ਤੋਂ ਵੀ, ਬੈਂਕ ਤੋਂ ਵੀ। ਇਸ ਲਈ ਮੇਰੀ ਇਹੀ ਅਪੀਲ ਹੈ ਕਿ ਆਪਦੇ ਪਰਿਵਾਰਾਂ ਨੂੰ NRL ਨੂੰ ਜੋੜੋ, ਤਾਂ ਕਿ ਅਸੀਂ ਬੈਂਕ ਨਾਲ ਜੋੜ ਕੇ ਉਹਨਾਂ ਨੂੰ ਹੋਰ ਸਹੂਲਤਾਂ ਦਿਵਾ ਸਕੀਏ। ਧੰਨਵਾਦ ਜੀ। ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਿਜਲੀ ਬੜੀ ਮਹਿੰਗੀ ਹੋ ਚੁੱਕੀ, 10 ਰੁਪਏ ਜਾ ਕੇ ਯੂਨਿਟ ਪੈਂਦੀ ਆ। ਅੱਜ ਦੀ ਸਭ ਤੋਂ ਵੱਡਾ ਖਰਚਾ ਅੱਜ ਕੱਲ੍ਹ ਬਿਜਲੀ ਦਾ ਹੀ ਆ। ਸਰਕਾਰ ਨੇ ਪਹਿਲਾਂ ਤਾਂ ਲੋਕ ਲਾਉਂਦੇ ਸੀਗੇ ਘਰੇ, ਆਪਣੇ ਛੱਤ ਤੇ ਪਲੇਟਾਂ ਲਾ ਲੈਂਦੇ, ਘਰੇ ਬੈਟਰੀ ਲਾ ਲੈਂਦੇ ਸੀ। ਉਹ ਬੈਟਰੀਆਂ ਦਾ ਖਰਚਾ ਬੜਾ ਹੁੰਦਾ ਸੀ, 4-5 ਸਾਲ ਬਾਅਦ ਬਦਲਣੀਆਂ ਪੈਂਦੀਆਂ ਸੀ। ਸਰਕਾਰ ਨੇ ਨਵਾਂ ਕਾਨੂੰਨ ਕੱਢਿਆ, ਔਨ ਗ੍ਰਿਡ ਕਰਤੀ। ਜਿੰਨੀ ਤੁਸੀਂ ਬਿਜਲੀ ਬਣਾਓਗੇ ਗ੍ਰਿਡ 'ਚ ਜਾਊਗੀ, ਠੀਕ ਹੈ, ਤੁਹਾਡੀ ਜਮ੍ਹਾਂ ਹੋ ਜੂਗੀ। ਜਿੰਨੀ ਤੁਸੀਂ ਖਰਚੋਗੇ ਉਹਦਾ ਅੱਡ ਮੀਟਰ ਆ, ਜਿੰਨੀ ਬਣਾਓਗੇ ਉਹਦਾ ਵੱਖਰਾ ਮੀਟਰ ਆ, ਠੀਕ ਹੈ ਨਾ। ਉਹਦੇ ਵਿੱਚ ਤੁਸੀਂ ਤੁਹਾਡੇ ਪੈਸੇ ਜੇ ਤੁਸੀਂ ਕੈਸ਼ ਲਾਉਂਦੇ ਆ ਤਾਂ 2 ਤੋਂ 2.5 ਲੱਖ 'ਚ ਪੂਰੇ ਹੋ ਜਾਣਗੇ। 2 ਤੋਂ 2.5 ਸਾਲ ਦੇ ਵਿੱਚ 25 ਸਾਲ ਦੀ ਗਰੰਟੀ ਹੁੰਦੀ ਹੈ ਜੀ ਪਲੇਟਾਂ ਦੀ, ਠੀਕ ਹੈ। 2-2.5 ਸਾਲ ਦੇ ਵਿੱਚ ਪੈਸੇ ਪੂਰੇ ਕਰਕੇ ਤੁਸੀਂ ਬਿਜਲੀ ਫ੍ਰੀ ਕਰ ਲਓਗੇ। ਸਿਰਫ 10% ਤੁਹਾਡਾ ਬਿੱਲ ਆਇਆ ਕਰੂ। ਜੇ ਕਿਸੇ ਦਾ 5 ਆਉਂਦਾ 500 ਰੁਪਈਆ, ਜੇ 10,000 ਆਉਂਦਾ ਤਾਂ 1000 ਰੁਪਈਆ। ਉਹ ਸਿਰਫ ਬਿਜਲੀ ਦੇ ਖਰਚੇ ਹੁੰਦੇ ਨੇ, ਮੀਟਰ ਦਾ ਕਿਰਾਇਆ ਜਾਂ ਤਾਰਾਂ ਦਾ ਹੋ ਗਿਆ। ਤਾਂ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੀ ਹੋਊਗਾ ਬਹੁਤ ਲੋਕ ਲਵਾ ਰਹੇ ਨੇਗੇ। ਤੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਵੀ ਜਿਹੜੇ ਵੀ ਬੰਦੇ ਪਿੰਡ ਦੇ ਵਿੱਚ ਹੈਗੇ ਜਿਹਦੀ ਕੋਈ ਲਿਮਟ ਚੱਲਦੀ ਹੈ ਜਾਂ ਕੋਈ ਆ, ਆਪਣੀ ਗਰੰਟੀ ਦੇ ਕੇ ਤੁਸੀਂ ਮੈਨੇਜਰ ਸਾਹਿਬ ਨਾਲ ਗੱਲ ਕਰਕੇ ਆਪਣਾ ਲਗਵਾ ਸਕਦੇ ਹੋ, ਠੀਕ ਹੈ। ਬਹੁਤ ਇਹਦੇ ਲਾਭ ਨੇਗੇ। ਜੋ ਵੀ ਜਾਣਕਾਰੀ ਹੋਊਗੀ ਤੁਸੀਂ ਮੇਰਾ ਨੰਬਰ ਲੈ ਲਿਓ। ਪਰ ਕਿਲੋਵਾਟ ਦਾ ਭਾਜੀ 35 ਤੋਂ 40,000 ਰੁਪਏ ਖਰਚਾ ਹੁੰਦਾ ਅੱਡ ਅੱਡ ਕੰਪਨੀਆਂ ਦੇ ਸੋਲਰ ਪੈਨਲਾਂ ਦਾ, ਠੀਕ ਹੈ ਜੀ। ਪਹਿਲਾਂ ਗਵਰਨਮੈਂਟ ਸਬਸਿਡੀ ਦਿੰਦੀ ਸੀ, ਇਹਦੇ ਵਿੱਚ 40% ਦਿੰਦੀ ਸੀ 3 ਕਿਲੋਵਾਟ ਤੱਕ, 20% ਦਿੰਦੀ ਸੀਗੀ 5 ਤੋਂ ਉੱਪਰ, 3 ਤੋਂ 5 ਦੇ ਵਿੱਚ ਜਾਂ ਉੱਤੇ। ਹੁਣ ਕੀ ਕੀਤਾ, ਸਬਸਿਡੀ 2-3 ਸਾਲ ਤੋਂ ਕਸਟਮਰਾਂ ਦੇ ਆ ਨਹੀਂ ਰਹੀ ਸੀਗੀ, ਤੇ ਉਹਨਾਂ ਨੇ ਕੀ ਕੀਤਾ ਵੀ ਕਸਟਮਰ ਨੂੰ ਨਹੀਂ ਦਿੰਦੇ। ਜਿਹੜਾ ਬੰਦਾ ਸੋਲਰ ਲਾਉਂਦਾ ਉਹਨੂੰ ਆਉਂਦੀ ਆ, ਉਹ ਕੱਟ ਕੇ ਹੀ ਦਿੰਦਾ। ਹੁਣ ਤੁਹਾਨੂੰ ਜਿਹੜੀ ਵੀ ਰੇਟ ਮਿਲੂਗਾ ਉਹ ਸਬਸਿਡੀ ਕੱਟ ਕੇ ਉਹੀ ਮਿਲੂ ਨੈਟ, ਹੈ ਜੀ। 20% ਸਬਸਿਡੀ ਦਿੰਦੇ ਨੇ ਜੀ। ਜੇ ਤੁਸੀਂ ਸਬਸਿਡੀ ਵਾਲਾ ਕਹਿ ਕੇ ਕਿਸੇ ਤੋਂ ਲਾਓਗੇ, ਚਲੋ ਮੈਂ ਨਹੀਂ, ਜਿਹੜਾ ਵੀ ਬੰਦਾ ਲਾਉਣ ਵਾਲਾ ਉਹ ਤੁਹਾਨੂੰ ਉਹੀ ਰੇਟ ਵੱਧ ਦੇ ਦੂਗਾ, 45 ਰੁਪਏ 50 ਰੁਪਏ। ਜੇ ਤੁਸੀਂ ਕਹੋਗੇ ਸਾਨੂੰ ਕੁਝ ਨਹੀਂ, ਸਾਨੂੰ ਤਾਂ ਬਿਨਾਂ ਜੀ ਫਿਰ ਨਹੀਂ ਆਉਣੀ ਹੈਗੀ। ਸਰਕਾਰ ਦੀ ਦੇਖੋ ਪਾਲਿਸੀ, ਮੈਂ ਦੱਸਦਾ ਜੀ, ਸਰਕਾਰ ਦੀ ਪਾਲਿਸੀ ਆ, ਅਡਾਨੀ ਦੇ ਪੈਨਲ ਨੇਗੇ, ਠੀਕ ਹੈ ਨਾ। ਉਹ ਪੈਨਲ ਲੱਗਣਗੇ ਸਬਸਿਡੀ ਵਾਲੇ, ਹੋਰ ਪੈਨਲ ਲੱਗਦੇ ਨਹੀਂ। ਉਹ ਹੈਗੇ ਮਹਿੰਗੇ, 50 ਰੁਪਏ ਦਾ ਥੋਤੋਂ ਲੈ ਲੈਣਗੇ, ਠੀਕ ਹੈ। ਤੁਹਾਨੂੰ ਬਾਅਦ ਚੋਂ 20% ਮੋੜ ਦੇਣਗੇ, ਸਾਲ ਨੂੰ ਮੋੜਨ 2 ਸਾਲ ਬਾਅਦ। ਅਸੀਂ ਉਹੀ ਤੁਹਾਨੂੰ ਪਹਿਲਾਂ ਹੀ ਲੈਸ ਕਰਕੇ 35 ਰੁਪਏ 'ਚ ਦੇ ਰਹੇ ਹਾਂ। ਉਹ ਫਾਇਦਾ ਨਾ, ਸਰਕਾਰ ਤੁਹਾਡੇ ਪੈਸੇ ਵਰਤ ਰਹੀ ਆ। 2-2 ਸਾਲ ਹੋ ਗਏ, 3 ਸਾਲ ਆ ਨਹੀਂ ਰਹੀ ਹੈਗੀ, ਹੈ ਜੀ। ਸਿਲੰਡਰ ਦਾ ਨਹੀਂ ਮੈਨੂੰ ਪਤਾ ਜੀ। ਹਾਂਜੀ ਹਾਂ, ਸਿੱਧਾ ਹੀ ਤੁਸੀਂ ਆਪਣਾ ਲਵਾਓ, ਸੋਲਰ ਲਵਾਓ। ਜਿਹਦੇ ਕੋਲ ਗੁੰਜਾਇਸ਼ ਆ ਕੈਸ਼ ਲਵਾ ਲਓ, ਜਿਹਦੇ ਕੋਲ ਲੋਨ ਦੀ ਆ ਸਲਾਹ ਮੈਨੇਜਰ ਸਾਹਿਬ ਨਾਲ ਕਰੋ। ਤੁਹਾਡੇ ਵਧੀਆ ਰਿਲੇਸ਼ਨ ਨੇ ਮੈਨੇਜਰ ਸਾਹਿਬ ਨਾਲ, ਹੈ ਜੀ। ਇਹ 'ਚ ਨਹੀਂ ਜੀ, ਸਿੱਧਾ ਇਹ ਵਿੱਚ ਸਾਡੀ ਜ਼ਰੂਰਤ ਨਹੀਂ ਹੈ। ਜਿਹੜਾ 50,000 ਤੱਕ ਦਾ ਸਾਡਾ ਜਿਹੜਾ ਕਵਰੇਜ ਹੈਗਾ, 18 ਤੋਂ 70 ਸਾਲ ਦਾ ਬੰਦਾ ਆਪਾਂ ਇਹਦੇ ਵਿੱਚ ਅਧੀਨ ਲੈ ਸਕਦੇ ਹਾਂ। ਘਰ ਦੇ 5 ਜੀ ਕੋਈ ਵੀ ਅਸੀਂ ਇਸ 'ਚ ਐਂਟਰ ਕਰਵਾ ਸਕਦੇ ਹੈਗੇ ਹਾਂ। ਉੱਥੇ ਹੀ ਜਦ ਆਪਣੀ ਲੱਖ 2 ਲੱਖ ਔਰ 3 ਲੱਖ 4 ਲੱਖ 5 ਹੁੰਦਾ ਸੀ, 10 ਲੱਖ ਤੱਕ ਵੀ ਪਹੁੰਚ ਚੁੱਕੇ ਹੈਗੇ ਆ ਇਹਨਾਂ ਦੇ ਵਿੱਚ।
ਜਿਹਦੀ ਪਾਲਿਸੀ ਦਾ ਰੇਟ 15,400 ਹੈ, ਉਸ 'ਚ 10 ਲੱਖ ਦਾ ਕਵਰੇਜ ਹੈ। ਸ਼ਰਤ ਉਸ 'ਚ ਵੀ ਇਹੀ ਹੈ ਵੀ ਘਰ ਦੇ 5 ਜੀ ਐਂਟਰ ਹੋ ਸਕਦੇ ਆ, ਬਟ ਕੰਡੀਸ਼ਨ ਉਹਦੇ ਵਿੱਚ ਥੋੜੀ ਜਿਹੀ ਚੇਂਜ ਹੋ ਜਾਂਦੀ ਹੈਗੀ ਹੈ ਇਸ ਮਾਮਲੇ ਦੇ ਵਿੱਚ, ਵੀ ਉੱਥੇ ਜਿਹੜਾ 24 ਸਾਲ ਤੱਕ ਦਾ ਜਵਾਕ ਹੈ ਤੁਸੀਂ ਉਸ ਨੂੰ ਐਂਟਰ ਕਰਵਾ ਸਕਦੇ ਹੋ, ਕੰਡੀਸ਼ਨ ਵੀ ਉਹ ਵਿਵਾਹਿਤ ਨਾ ਹੋਵੇ। ਜੇ ਅਗਰ ਪੇਰੈਂਟਸ ਖੁਦ ਆਪਣੇ ਬੱਚੇ ਦਾ ਕਰਾਉਣਾ ਚਾਹੁੰਦੇ ਆ, ਮੁੰਡਾ 24 ਸਾਲ ਤੱਕ ਦੀ ਐਲੀਜੀਬਿਲਟੀ ਹੈਗੀ ਹੈ, ਵੀ ਮੁੰਡਾ 24 ਸਾਲ ਤੱਕ ਤੁਸੀਂ ਆਪਣਾ ਐਂਟਰ ਕਰਵਾ ਸਕਦੇ ਹੋ ਇਸ ਸਕੀਮ ਦੇ ਅਧੀਨ ਦੇ ਵਿੱਚ। ਜੇ ਉਹ ਵਿਆਹਿਤ ਹੈਗਾ ਫਿਰ ਨਹੀਂ ਉਹ ਕਰਾ ਸਕਦਾ, ਫਿਰ ਉਸਨੂੰ ਆਪਣਾ ਖਾਤਾ ਖੋਲ ਕੇ ਆਪਣੀ ਬੀਵੀ ਬੱਚੇ ਦਾ ਉਹ ਆਪਣਾ ਕਰਾ ਸਕਦਾ ਹੈਗਾ ਅਲੱਗ। ਇਹਦੇ ਵਿੱਚ ਜਿਹੜੀ ਫੈਸਿਲੇਸ਼ਨ ਦਾ ਮੇਨ ਹੈਗਾ ਵੀ ਜਦ ਆਪਾਂ ਨੂੰ ਲੱਗਦਾ ਹੈਗਾ ਵੀ ਜਦ ਆਪਾਂ ਇਸ ਨੂੰ ਪਾਲਿਸੀ ਦੇ ਪੈਸੇ ਜਿਸ ਦਿਨ ਤੁਹਾਡੇ ਕੱਟ ਗਏ ਉਸ ਤੋਂ ਮਾਤਰ 30 ਦਿਨ ਬਾਅਦ ਇਹ ਪਾਲਿਸੀ ਐਕਟੀਵੇਟ ਹੁੰਦੀ ਹੈ। ਇਹ ਨਾਲ ਦੀ ਨਾਲ ਐਕਟੀਵੇਟ ਨਹੀਂ ਹੁੰਦੀ ਹੈਗੀ ਹੈ। 30 ਦਿਨ ਬਾਅਦ ਜਿਸ ਦਿਨ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਗਏ ਉਸ ਤੋਂ 30 ਦਿਨ ਬਾਅਦ ਇਹ ਲਾਗੂ ਹੋਣੀ ਸ਼ੁਰੂ ਹੁੰਦੀ ਹੈਗੀ ਹੈ। ਹੋਰ ਇਹਦੇ ਰਿਗਾਰਡਿੰਗ ਕਿਸੇ ਨੇ ਕੁਝ ਪੁੱਛਣਾ ਹੈਗਾ ਜੀ ਹੈਲਥ ਇੰਸ਼ੋਰੈਂਸ ਦੇ, ਪਲੀਜ਼ ਪੁੱਛ ਸਕਦਾ ਹੈਗਾ ਜੀ। ਸਾਡੇ RM ਸਾਹਿਬ ਵੀ ਬਸ ਪਹੁੰਚਣ ਵਾਲੇ ਹੈਗੇ ਆ, ਬਾਕੀ ਉਹ ਆ ਕੇ ਤੁਹਾਡੇ ਨਾਲ ਵਾਰਤਾਲਾਪ ਕਰਨਗੇ। ਆ ਗਏ ਜੀ। ਹੌਲੀ ਰਾਜਕੁਮਾਰ ਸ਼ੁਕਲਾ ਜੀ ਸਾਡੇ ਵਿੱਚ ਆ ਚੁੱਕੇ ਆ, ਅਸੀਂ ਸਾਰੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੋਸਟ ਵੈਲਕਮ ਸਰ। ਅੱਜ ਜਤਿੰਦਰਾ ਜੀ ਵੀ ਸਾਡੇ ਨਾਲ ਹੈਗੇ ਆ, ਇਹ ਆ ਸਾਡੇ RO ਦੇ ਅਫਸਰ ਹੈਗੇ ਆ ਜੀ। ਸਰ ਜੀ ਆਇਆਂ ਨੂੰ ਕਰਦੇ ਆ ਜੀ ਤੁਹਾਨੂੰ। ਹੋਰ ਜੀ ਇੰਸ਼ੋਰੈਂਸ ਦੇ ਰਿਗਾਰਡਿੰਗ ਕੁਝ ਹੋਰ ਪੁੱਛਣਾ ਚਾਹੋ ਜੇ ਹੈਲਥ ਰਿਗਾਰਡਿੰਗ ਦੇ ਤੁਹਾਨੂੰ ਲੱਗਦਾ ਤੁਹਾਡੇ ਕੋਈ ਮਨ ਵਿੱਚ? ਹਾਂਜੀ, ਤੁਹਾਨੂੰ ਜਾਗਰੂਕਤਾ ਦੇ ਹੀ ਚੁੱਕੇ ਹੈਗੇ ਆ। ਜਿੱਦਾਂ ਮਾਤਰ 12 ਰੁਪਏ ਦਾ ਆਪਣਾ ਹੈਗਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਵੀ ਮਾਤਰ ਮਹੀਨੇ ਦਾ 1 ਰੁਪਇਆ ਹੀ ਲੱਗਦਾ ਹੈਗਾ ਤੇ ਆਪਣੇ 2 ਲੱਖ ਦਾ ਕਵਰੇਜ ਇਹਦੇ ਵਿੱਚ ਹੈਗਾ। ਉਸ ਤੋਂ ਬਾਅਦ ਜਿਹੜੀ 330 ਵਾਲੀ ਹੈਗੀ ਹੈ ਜੀਵਨ ਜੋਤੀ ਬੀਮਾ ਯੋਜਨਾ ਪ੍ਰਧਾਨ ਮੰਤਰੀ ਦੀ, ਉਸ 'ਚ ਆਪਾਂ 18 ਤੋਂ 50 ਸਾਲ ਤੱਕ ਦੇ ਉਮਰ ਦੇ ਬੰਦਿਆਂ ਨੂੰ ਐਂਟਰ ਕਰਾ ਸਕਦੇ ਹਾਂ। ਇਹਦੇ ਜਿਹੜੇ ਤੁਹਾਡੇ ਪੈਸੇ ਆ 12 ਤੇ 330 ਰੁਪਏ, ਇਹ ਹਰ ਸਾਲ ਜੂਨ ਜੁਲਾਈ ਦੇ ਵਿੱਚ ਕੱਟੇ ਜਾਂਦੇ ਆ। ਤੁਹਾਨੂੰ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੋਣ, ਇਹ ਆਟੋਮੈਟਿਕਲੀ ਡੈਬਿਟ ਦੀ ਸਕੀਮ ਲੱਗ ਗਈ ਹੁੰਦੀ ਹੈਗੀ ਹੈ ਜੀ। ਇਹ ਬੈਂਕ ਵੱਲੋਂ ਹੀ ਪਿੱਛੋਂ ਹੁੰਦਾ ਹੈਗਾ, ਪਰ ਕੰਡੀਸ਼ਨ ਇਹੀ ਹੈ ਵੀ ਤੁਹਾਡੇ ਖਾਤੇ। ਰੀਜਨਲ ਮੈਨੇਜਰ ਰਾਜਕੁਮਾਰ ਸ਼ੁਕਲਾ ਜੀ ਦੀ ਕਿ ਉਹ ਆਨ ਸਟੇਜ ਤੇ ਤੁਹਾਡੇ ਨਾਲ ਵਾਰਤਾਲਾਪ ਕਰਨ। ਸਰ ਪਲੀਜ਼ ਸਰ। ਮਾਣਯੋਗ ਮੇਰੇ ਇਸ ਪਿੰਡ ਦੇ ਆਏ ਬਜ਼ੁਰਗ ਵੀਰ, ਮੇਰੀਆਂ ਮਾਤਾਵਾਂ ਭੈਣਾਂ, ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ 'ਤੇ ਬਹੁਤ ਮੇਰੇ ਵੱਲੋਂ ਧੰਨਵਾਦ ਵੀ ਅਤੇ ਸਤਿ ਸ੍ਰੀ ਅਕਾਲ ਵੀ। ਗੁਰੂ ਘਰ 'ਚ ਬੈਠ ਕੇ ਆਪਾਂ ਅੱਜ ਦਾ ਇਹ ਸਮਾਗਮ ਕਰ ਰਹੇ ਹਾਂ, ਤੋਂ ਪਹਿਲਾਂ ਨਾਅਰਾ ਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫੀ ਦਿਆ ਜੇ ਤੁਹਾਡੇ 'ਚ ਲੇਟ ਪਹੁੰਚਿਆ, ਤੁਹਾਨੂੰ ਵੇਟ ਕਰਨੀ ਪਈ ਹੈ। ਚੀਫ ਸਾਹਿਬ ਨੇ, ਵਾਲੀਆ ਜੀ ਨੇ ਤੁਹਾਨੂੰ ਬੈਂਕ ਦੀਆਂ ਕੁਝ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਹੋਣੀ ਹੈ। ਮੇਰੇ ਇੱਥੇ ਆਉਣ ਦਾ ਮਕਸਦ ਕਿਤੇ ਤੁਹਾਨੂੰ ਸਕੀਮ ਦੀ ਕੋਈ ਜਾਣਕਾਰੀ ਦੇਣਾ ਨਹੀਂ ਹੈ। ਤੁਹਾਡੇ ਵਿੱਚ ਆਉਣ ਦਾ ਮਕਸਦ ਇਹ ਹੁੰਦਾ ਹੈ ਕਿ ਤੁਹਾਡੇ ਵਿੱਚ ਆ ਕੇ ਤੁਹਾਡੀ ਗੱਲ ਸੁਣੀਏ, ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਜਾਂ ਬੈਂਕ ਤੋਂ ਤੁਸੀਂ ਕੀ ਉਮੀਦ ਕਰਦੇ ਹੋ। ਜਾਂ ਨੌਜਵਾਨ ਬੱਚੇ ਹੈ, ਬੇਰੁਜ਼ਗਾਰੀ ਜ਼ਿਆਦਾ ਹੈ, ਕਾਰੋਬਾਰ ਕਿਵੇਂ ਕੀਤਾ ਜਾਵੇ, ਉਹਨਾਂ ਨੂੰ ਕੰਮ ਕਰਾਉਣ 'ਚ ਅਸੀਂ ਕੀ ਮਦਦ ਕਰ ਸਕਦੇ ਹਾਂ, ਇਹਨਾਂ ਗੱਲਾਂ ਦੀ ਕਰਨ ਵਾਸਤੇ ਤੁਹਾਡੇ 'ਚ ਆਉਂਦੇ ਹਾਂ। ਨਹੀਂ ਸਰ, ਇਹਦੇ ਵਿੱਚ ਰਿਕਾਰਡਿੰਗ ਹੋ ਰਹੀ ਹੈ ਨਾ, ਤੋ ਇਹਦੀ ਲੋੜ ਨਹੀਂ ਪੈਂਦੀ ਕਿ ਤੁਹਾਨੂੰ ਸਕੀਮਾਂ ਆ ਕੇ ਦੱਸੀਏ। ਜੇ ਸਿਰਫ ਦੱਸਣ ਦਾ ਹੀ ਕੰਮ ਹੋਵੇ ਤਾਂ ਤੁਸੀਂ ਬੈਂਕ ਜਾਂਦੇ ਹੋ, ਉੱਥੇ ਬੈਨਰ ਵੱਡੇ ਲੱਗੇ ਆ, ਪੜ੍ਹ ਲਓਗੇ, TV 'ਚ ਵੀ ਪ੍ਰਚਾਰ ਹੁੰਦਾ। ਤੋ ਪਿੰਡਾਂ ਦੇ ਵਿੱਚ ਛੋਟੇ ਇਹੋ ਜਿਹੇ ਫੰਕਸ਼ਨ ਕਰਨ ਦਾ ਮਕਸਦ ਹੈ। ਲੇਕਿਨ ਜਦੋਂ ਇਹਨਾਂ ਪਿੰਡਾਂ 'ਚ ਆਈਦਾ, ਜਿਹਦੇ ਵਾਸਤੇ ਖਾਸ ਕਰਕੇ ਅਸੀਂ ਚੱਲ ਕੇ ਆਉਂਦੇ ਹਾਂ, ਉਹਨਾਂ ਲੋਕਾਂ ਦੀ ਘਾਟ ਮਹਿਸੂਸ ਹੁੰਦੀ ਹੈ। ਇੱਥੇ ਕੋਈ ਮੇਰਾ ਨੌਜਵਾਨ ਵੀਰ ਜਿਹੜਾ ਕਿ ਰੁਜ਼ਗਾਰ ਕਰਨ ਦਾ ਇੱਛੁਕ ਹੋਵੇ, ਗਿਣਤੀ ਭਰਦੇ ਹੀ ਹੈ, 2-4 ਹੈ। ਮੇਰੀਆਂ ਉਹ ਭੈਣਾਂ ਜਿਨ੍ਹਾਂ ਨੇ ਕਿਤੇ ਅੱਗੇ ਪੜ੍ਹਨ ਲਈ ਕਿਤੇ ਵਿਦੇਸ਼ਾਂ 'ਚ ਜਾਣਾ ਹੈ, ਕਿਤੇ ਵੱਡੀਆਂ ਯੂਨੀਵਰਸਿਟੀਆਂ 'ਤੇ ਜਾਣਾ, ਉਹਨਾਂ ਵਿੱਚੋਂ ਕੋਈ ਨਜ਼ਰ ਨਹੀਂ ਆ ਰਿਹਾ। ਤਾਂ ਮੈਂ ਆਪਣੀਆਂ ਗੱਲਾਂ ਕਿਹਨੂੰ ਸੁਣਾਵਾਂ। ਚੱਲ ਕੇ ਆਈਦਾ, 100 ਕਿਲੋਮੀਟਰ ਚੱਲ ਕੇ ਆਈਦਾ, ਪਿੰਡ ਦੇ ਵਿੱਚ ਆਈਦਾ, ਬੜੀ ਬੇਨਤੀ ਲਾਈਦੀ ਕਿ ਸਾਰਿਆਂ ਨੂੰ ਬੁਲਾਓ, ਪਿੰਡ ਵਾਲਿਆਂ ਨੂੰ। ਕੋਈ ਦੁਕਾਨਦਾਰ, ਕੋਈ ਬਿਜ਼ਨਸਮੈਨ, ਕੀ ਇਹਨਾਂ ਪਿੰਡਾਂ ਦੇ ਵਿੱਚ ਕੋਈ ਵਪਾਰੀ ਨਹੀਂ, ਕੋਈ ਰੁਜ਼ਗਾਰ ਕਰਨ ਵਾਲਾ ਨਹੀਂ। ਅੱਜ ਸਰਕਾਰ ਨੇ ਸਕੀਮਾਂ ਬਣਾਈਆਂ ਤੁਹਾਡੇ ਵਾਸਤੇ ਕਿ ਜਿਨ੍ਹਾਂ ਦਾ ਫਾਇਦਾ ਲੈ ਕੇ ਆਪਾਂ ਕੁਝ ਵੀ ਕਰ ਸਕਦੇ ਹਾਂ। ਮੁਦਰਾ ਯੋਜਨਾ ਬਣਾਈ, ਤੁਹਾਡੇ 'ਤੇ ਚਰਚਾ ਹੋਈ ਹੋਣੀ ਮੁਦਰਾ ਯੋਜਨਾ ਦੀ, ਕਿ ਜੇ ਕੋਈ ਬੱਚਾ ਕਾਰੋਬਾਰ ਕਰਨਾ ਚਾਹੁੰਦਾ ਹੈ, ਜੇ ਕੋਈ ਪੜ੍ਹ ਲਿਖ ਕੇ ਆਇਆ, ਕੋਈ ITI ਕਰਕੇ ਆਇਆ, ਨਵੀਂ ਵਰਕਸ਼ਾਪ ਖੋਲ੍ਹਣੀ ਹੈ, ਉਹਦੇ ਕੋਲ ਪੈਸੇ ਨਹੀਂ ਹੈ, ਤਾਂ ਸਰਕਾਰ ਨੇ ਯੋਜਨਾ ਬਣਾਤੀ ਮੁਦਰਾ ਯੋਜਨਾ
ਕਿ ਚਲੋ ਵੀ ਸ਼ੁਰੂਆਤੀ ਦੌਰ 'ਚ ਜੇ ਕਿਸੇ ਨੇ ਆਪਦਾ ਟੂਲ ਬਾਕਸ ਵੀ ਲੈਣਾ ਹੈ, ਕੋਈ ਹੋਰ ਸਮਾਨ ਲੈਣਾ ਹੈ, ਤੇ ਮੈਨੇਜਰ ਸਾਹਿਬ ਕੋਲ ਜਾਏਗਾ ਕਿ ਮੈਨੇਜਰ ਸਾਹਿਬ ਮੈਨੂੰ 50,000 ਰੁਪਏ ਦੇ ਦਿਓ। ਉਹਦੇ ਵਾਸਤੇ ਮੈਨੇਜਰ ਸਾਹਿਬ ਕੋਈ ਗਰੰਟੀ, ਕੋਈ ਜ਼ਮੀਨ ਜਾਇਦਾਦ ਗਹਿਣੇ ਨਹੀਂ ਕਰਾਉਣਗੇ ਤੇ ਉਹਦਾ ਕੰਮ ਸ਼ੁਰੂ ਕਰਾ ਦੇਣਗੇ। ਹੁਣ ਉਸੇ ਬੱਚੇ ਦਾ ਕੰਮ ਸਾਲ 2 ਸਾਲ ਬਾਅਦ ਵਧੀਆ ਚੱਲ ਗਿਆ, ਅੱਛਾ ਚੱਲ ਗਿਆ, ਉਹਨੂੰ ਹੋਰ ਪੈਸੇ ਚਾਹੀਦੇ ਆ, ਹੋਰ ਵਿੱਚ ਉਹਨੇ ਸਮਾਨ ਪਾਉਣਾ ਹੈ ਜਾਂ ਕੋਈ ਮਸ਼ੀਨਰੀ ਲਾਉਣੀ ਹੈ, ਤਾਂ ਮੈਨੇਜਰ ਸਾਹਿਬ ਨੂੰ ਇਹ ਪਾਵਰ ਦੇ ਦਿੱਤੀ ਕਿ ਤੁਸੀਂ ਇਹਨੂੰ 50,000 ਤੋਂ ਵਧਾ ਕੇ 5 ਲੱਖ ਤੱਕ ਰੁਪਏ ਦਾ ਕਰਜ਼ਾ ਦੇ ਦਿਓ। ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਕਿ ਤੁਹਾਡੇ ਪਿੰਡ ਦੇ ਵਿੱਚੋਂ ਕੋਈ ਵੀ ਦੁਕਾਨਦਾਰ, ਕੋਈ ਵੀ ਵਰਕਸ਼ਾਪ ਵਾਲਾ ਹੁਣ ਤਿੱਕਣ ਸਾਡੇ ਬੈਂਕ ਇਹ ਕਹਿਣ ਨਹੀਂ ਗਿਆ ਕਿ ਮੈਂ ਕਾਰੋਬਾਰ ਵਧਾਉਣਾ ਤਾਂ ਮੈਨੂੰ 5 ਲੱਖ ਦਾ ਕਰਜ਼ਾ ਦੇ ਦਿਓ, ਐਸਾ ਨਹੀਂ ਆਇਆ। ਔਰ ਸਰਕਾਰ ਨੇ ਇਸੇ ਦੇ ਤੀਸਰੇ ਚਰਨ 'ਚ ਕਿਹਾ ਕਿ ਜੇ 5 ਲੱਖ ਵੀ ਥੋੜ੍ਹਾ ਪਵੇ, ਹੁਣ ਕੰਮ ਵੱਧ ਗਿਆ, ਹੁਣ ਹੋਰਾਂ ਪਿੰਡਾਂ ਤੱਕ ਵੀ ਆਪਣਾ ਸਮਾਨ ਪਹੁੰਚਾਉਣਾ ਹੈ, ਤਾਂ ਚੱਲ ਵੀ ਉਹਨੂੰ ਕਰਜ਼ੇ ਦੀ ਰਕਮ ਵਧਾ ਕੇ, ਲਿਮਟ ਦੀ ਰਕਮ ਵਧਾ ਕੇ 5 ਤੋਂ 10 ਲੱਖ ਕਰ ਦਿਓ। ਔਰ ਇਹਨਾਂ 5 ਲੱਖ 10 ਲੱਖ ਵਾਸਤੇ ਵੀ ਬੈਂਕ ਤੁਹਾਡੇ ਤੋਂ ਕੋਈ ਜ਼ਮੀਨ, ਮਕਾਨ, ਰਜਿਸਟਰੀ ਨਹੀਂ ਰਖਵਾਏਗਾ। ਇਹ ਹੁਣ ਸਹੂਲਤ ਤੇ ਦੇ ਦਿੱਤੀ, ਬੰਦਾ ਕੋਈ ਆਇਆ ਨਹੀਂ। ਤੇ ਜਦੋਂ ਪਿੰਡ ਦੇ ਵਿੱਚੋਂ, ਸਮਾਜ ਦੇ ਵਿੱਚੋਂ ਕੋਈ ਰੁਜ਼ਗਾਰ ਕਰਨ ਵਾਲਾ, ਕੋਈ ਕਾਰੋਬਾਰ ਕਰਨ ਵਾਲਾ ਉੱਠ ਕੇ ਬੈਂਕ ਤੱਕ ਗਿਆ ਹੀ ਨਹੀਂ। ਤੇ ਸਕੀਮ ਤਾਂ ਸਨ 2014 ਦੀ ਚੱਲਦੀ ਪਈ ਹੈ। ਕਿੰਨੀਆਂ ਕੁ ਵਰਕਸ਼ਾਪਾਂ ਹੋ ਗਈਆਂ 10-10 ਲੱਖ ਵਾਲੀਆਂ ਤੁਹਾਡੇ ਪਿੰਡ 'ਚ? ਕਿੰਨੀਆਂ ਕੁ ਹੋ ਗਈਆਂ? ਕੋਈ ਵੀ ਨਹੀਂ। ਕਿੰਨੀਆਂ ਕੁ ਬੜੀਆਂ ਦੁਕਾਨਾਂ ਹੋ ਗਈਆਂ, ਬੜੇ ਸ਼ੋਰੂਮ ਬਣ ਗਏ। ਤੇ ਜਦੋਂ ਨਹੀਂ ਬਣੇਗਾ ਤਾਂ ਕਾਰੋਬਾਰ ਔਰ ਰੋਜ਼ਗਾਰ ਕਿੱਥੋਂ ਪੈਦਾ ਹੋ ਜਾਏਗਾ? ਕਿਵੇਂ ਆਪਾਂ ਤਰੱਕੀ ਕਰ ਲਾਂਗੇ? ਸਰਕਾਰ ਨੌਕਰੀਆਂ ਨਹੀਂ ਦੇ ਸਕਦੀ, ਸਰਕਾਰ ਨੌਕਰੀ ਨਹੀਂ ਦੇਗੀ, ਸਰਕਾਰ ਰੋਜ਼ਗਾਰ ਪੈਦਾ ਕਰਦੀ ਹੈ। ਔਰ ਉਸ ਰੋਜ਼ਗਾਰ ਨੂੰ ਜਦੋਂ ਪੈਦਾ ਕੀਤਾ ਜਾਂਦਾ ਤਾਂ ਆਪਾਂ ਜੇ ਉਹਦਾ ਲਾਭ ਲਵਾਂਗੇ ਫਿਰ ਹੀ ਤਾਂ ਕੁਝ ਕਰ ਪਾਵਾਂਗੇ। ਆ ਭੈਣਾਂ ਮੇਰੀਆਂ ਬੈਠੀਆਂ ਨੇ, ਮਾਤਾ ਜੀ ਮੈਂ ਨਾ 10 ਮਿੰਟ ਟਾਈਮ ਦਿਆਂਗਾ, ਮੈਂ 10 ਮਿੰਟ ਗੱਲ ਕਰ ਲਾਂ, ਫਿਰ ਮੈਂ ਇੱਥੇ ਅੱਧਾ ਘੰਟਾ ਬੈਠਾਂਗਾ। ਜਿਹਨੂੰ ਵੀ ਕੋਈ ਸਮੱਸਿਆ ਆ ਰਹੀ ਹੋਵੇ ਉਹ ਜ਼ਰੂਰ ਨੋਟ ਕਰਾਏਗਾ, ਮੈਂ ਉਹਦਾ ਹੱਲ ਕਰਕੇ ਜਾਊਂਗਾ। ਠੀਕ ਹੈ ਜੀ। ਇਹ ਭੈਣਾਂ ਵਾਸਤੇ ਸਕੀਮ ਬਣਾਤੀ ਸਰਕਾਰ ਨੇ, ਸਟੈਂਡ ਅਪ ਇੰਡੀਆ ਯੋਜਨਾ, ਭੈਣਾਂ ਵਾਸਤੇ ਖਾਸ ਕਰਕੇ, ਤੇ ਜਾਂ ਪਿੰਡ ਦਾ ਜੋ ਗਰੀਬ ਤਬਕਾ ਜਿਹਨੂੰ ਆਪਾਂ ਹਰੀਜਨ ਕਹਿੰਦੇ ਆ, SC ਕਹਿੰਦੇ ਆ, ਉਹਨਾਂ ਵਾਸਤੇ ਸਕੀਮ ਕੀ ਸੀ ਕਿ ਘੱਟੋ ਘੱਟ 10 ਲੱਖ ਰੁਪਏ ਤੋਂ ਜ਼ਿਆਦਾ ਦੇਣਾ ਹੈ। ਕਰਜ਼ਾ ਕਿੰਨਾ ਦੇਣਾ ਹੈ? 10 ਲੱਖ ਤੋਂ ਵੱਧ, ਤੇ ਕਿੱਥੋਂ ਤੀਕਣ? 1 ਕਰੋੜ ਤੱਕ। 10 ਲੱਖ ਤੋਂ ਜ਼ਿਆਦਾ ਦੇਣਾ, 1 ਕਰੋੜ ਤੱਕ ਦੇਣਾ। ਪਰ ਹੁਣ ਤੀਕਣ ਵੀ ਇੱਕ ਵੀ ਐਪਲੀਕੇਸ਼ਨ ਬੈਂਕ ਦੇ ਵਿੱਚ ਨਹੀਂ ਆਈ, ਸਾਰੇ ਪਟਿਆਲੇ 'ਚੋਂ। ਪਟਿਆਲਾ ਜ਼ਿਲ੍ਹਾ 'ਚ ਸਾਡੀਆਂ 25 ਬ੍ਰਾਂਚਾਂ ਨੇ, ਜੇ 2-2 ਯੂਨਿਟ ਵੀ ਲੱਗਦੇ ਤਾਂ 50 ਯੂਨਿਟ ਹੋ ਜਾਂਦੇ। 50 ਯੂਨਿਟ ਦਾ ਮਤਲਬ 50 ਕਰੋੜ ਰੁਪਈਆ ਬਾਜ਼ਾਰ 'ਚ ਆਉਂਦਾ। ਉਹਨਾਂ 50 ਫੈਕਟਰੀਆਂ 'ਚ ਕੋਈ 20-20 ਬੰਦੇ ਵੀ ਕੰਮ ਕਰਦੇ ਤਾਂ 1000 ਘਰਾਂ 'ਚ ਰੋਜ਼ਗਾਰ ਜਾਂਦਾ। ਪਰ ਕੰਮ ਤਾਂ ਹੋਇਆ ਹੀ ਨਹੀਂ। ਸਕੀਮ ਬਣ ਗਈ, ਕਾਗਜ਼ਾਂ 'ਚ ਬਣੀ, ਲੋਕਾਂ ਨੇ ਕੋਈ ਲਾਭ ਨਹੀਂ ਲਿਆ। ਅਸੀਂ ਪਿੰਡਾਂ 'ਚ ਆ ਕੇ ਰੌਲਾ ਪਾਉਂਦੇ ਹਾਂ, ਆਪਣੀ ਆ ਰੋਜ਼ ਕਿਤੇ ਨਾ ਕਿਤੇ ਮੀਟਿੰਗ ਕਰਕੇ ਅਸੀਂ ਆਪਣਾ ਡਮਰੂ ਵਜਾਉਂਦੇ ਹਾਂ ਕਿ ਆ ਜਾਓ, ਲੈ ਜਾਓ। ਦੇਖੋ ਨਾ, ਠੀਕ ਹੈ, ਜੇ ਜਾਣਕਾਰੀ ਦੇਣ ਆ ਰਿਹਾ ਅੱਜ, ਹੁਣ ਜਾਣਕਾਰੀ ਲੈ ਲਓ। ਹੁਣ ਮੇਰੀਆਂ ਉਹ ਭੈਣਾਂ ਤਾਂ ਆਈਆਂ ਹੀ ਨਹੀਂ ਜਿਨ੍ਹਾਂ ਨੇ ਰੋਜ਼ਗਾਰ ਕਰਨਾ ਹੈ। ਚਲੋ ਤੁਸੀਂ ਮੇਰੀ ਗੱਲ ਸੁਣ ਲਓ ਪੂਰੀ। ਉਸ ਤੋਂ ਬਾਅਦ ਜੋ ਵੀ ਤੁਹਾਡੇ ਮਨ 'ਚ ਹੈ, ਇੱਕ ਮਿੰਟ ਭੈਣਾ, ਜੋ ਤੁਹਾਡੀ ਸਮੱਸਿਆ ਆ ਰਹੀ ਹੈ, ਤੁਸੀਂ ਮੈਂ ਅੱਧਾ ਘੰਟਾ ਤੁਹਾਡੇ ਕੋਲ ਹੀ ਬਵਾਂਗਾ। ਗੱਲ ਪਹਿਲੇ ਪੂਰੀ ਸੁਣ ਲਓ, ਉਸ ਤੋਂ ਬਾਅਦ ਦੇਖੋ ਕਿ ਤੁਹਾਨੂੰ ਕੀ ਚੀਜ਼ ਕੰਮ ਦੀ ਹੈ, ਉਹਦੇ ਬਾਰੇ ਚਰਚਾ ਕਰਾਂਗੇ ਆਪਾਂ, ਔਰ ਪੂਰੀ ਗੱਲ ਕਰਾਂਗੇ। ਤਾਂ 10 ਲੱਖ ਤੋਂ ਲੈ ਕੇ 1 ਕਰੋੜ ਰੁਪਈਆ। ਹੁਣ ਕਾਰਨ ਕੀ ਹੈ, ਕਿਉਂ ਨਹੀਂ ਅਰਜ਼ੀਆਂ ਆਉਂਦੀਆਂ? ਕੀ ਤੁਸੀਂ ਆਪਣੇ ਘਰਾਂ 'ਚੋਂ ਕੋਈ ਅਰਜ਼ੀ ਕਿਸੇ ਭੈਣ ਨੇ ਪਾਈ ਹੋਵੇ, ਕਿਸੇ ਹਰੀਜਨ ਵੀਰ ਨੇ ਕੋਈ ਅਰਜ਼ੀ ਪਾਈ ਹੋਵੇ, ਮੈਨੇਜਰ ਸਾਹਿਬ ਕੋਲ ਗਿਆ ਹੋਵੇ ਕਿ ਮੈਨੇਜਰ ਸਾਹਿਬ ਦੇ ਮੈਨੂੰ 1 ਕਰੋੜ ਰੁਪਈਆ, ਮੈਂ ਆ ਫੈਕਟਰੀ ਲਾਉਣੀ ਆ? ਐਸਾ ਕੋਈ ਬੰਦਾ ਆਇਆ ਹੀ ਨਹੀਂ। ਇਸ ਲਈ ਨਹੀਂ ਆਉਂਦਾ ਕਿਉਂਕਿ ਉਹਨਾਂ ਬੰਦਿਆਂ ਦੇ ਵਿੱਚ, ਆਪਣੀਆਂ ਭੈਣਾਂ 'ਚ, ਬੇਟੀਆਂ 'ਚ ਆਪਾਂ ਇਹ ਤਾਕਤ ਹੀ ਨਹੀਂ ਪੈਦਾ ਕੀਤੀ ਕਿ ਉਹ ਹੌਸਲੇ ਨਾਲ ਜਾ ਕੇ ਕਹਿ ਸਕੇ ਕਿ ਮੈਨੂੰ ਲੱਖ ਰੁਪਈਆ, 10 ਲੱਖ, 50 ਲੱਖ, ਕਰੋੜ ਰੁਪਈਆ ਦੇ ਤੇ ਮੈਂ ਰੋਜ਼ਗਾਰ ਕਰਨਾ। ਆਪਾਂ ਆਪਣੇ ਬੱਚਿਆਂ ਨੂੰ, ਕੁੜੀਆਂ ਨੂੰ ਘਰੋਂ ਬਾਹਰ ਨਿਕਲਣ 'ਤੇ ਵੀ ਪਾਬੰਦੀ ਲਾਉਂਦੇ ਆ, ਤਾਂ ਰੋਜ਼ਗਾਰ ਤਾਂ ਕੌਣ ਕਰਾ ਕੇ ਦਊ? ਇਹੀ ਹਾਲਾਤ ਆਪਣੇ ਹਰੀਜਨ ਵੀਰ ਦੀ ਹੈ। ਉਹਦੇ 'ਚ ਹੌਸਲਾ ਹੀ ਹੈ ਨਹੀਂ। ਉਹ ਗਰੀਬ ਆਦਮੀ ਨੂੰ ਇੰਨੀ ਹਿੰਮਤ ਹੀ ਨਹੀਂ ਕਿ ਉਹ ਸੋਚ ਸਕੇ ਕਿ ਮੈਂ ਇੰਨਾ ਬੜਾ ਕਾਰੋਬਾਰ ਦਾ ਮਾਲਕ ਬਣ ਸਕਦਾ। ਅੱਜ ਤੁਹਾਨੂੰ ਉਹੀ ਨਕਸ਼ਾ ਵਿਖਾਉਣ ਆਏ ਆ ਕਿ ਤੁਸੀਂ ਜੇ ਇਨਸਾਨੀ ਜੂਨ 'ਚ ਪੈਦਾ ਹੋ ਕੇ ਆਏ ਹੋ, ਤਾਂ ਜੋ ਸਮਾਜ ਦਾ ਗਰੀਬ ਵਰਗ ਹੈ, ਕੋਈ ਗੋਇਆ ਕੂੜਾ ਚੱਕਣ ਲਈ ਪੈਦਾ ਨਹੀਂ ਹੋਇਆ। ਉਹ ਵੀ ਉਸੇ ਤਰ੍ਹਾਂ ਇਨਸਾਨ ਹੈ ਜਿਵੇਂ ਕੋਈ ਅਮੀਰ ਆਦਮੀ ਹੈ।
ਤੇ ਜੇ ਉਹ ਆਪਣੇ ਸਹੀ ਰਾਸਤੇ ਚੱਲ ਕੇ ਜੋ ਸਰਕਾਰ ਨੇ ਤੁਹਾਨੂੰ ਯੋਜਨਾਵਾਂ ਦਿੱਤੀਆਂ ਨੇ ਉਹਦੇ ਮੁਤਾਬਿਕ ਕੰਮ ਕਰ ਲਓ ਤਾਂ ਤੁਸੀਂ ਵੀ ਬੜੇ ਆਦਮੀ ਬਣ ਸਕਦੇ ਹੋ। ਤੁਸੀਂ ਵੀ ਆਪਣੇ ਪਰਿਵਾਰ ਨੂੰ ਪਹਿਲਾਂ ਚੱਕੋ, ਉੱਪਰ ਚੱਕੋ, ਪਰਿਵਾਰ ਤੁਹਾਡਾ ਸੰਪੰਨ ਹੋ ਜਾਏਗਾ, ਤੁਹਾਡਾ ਸਮਾਜ ਵੀ ਤਰੱਕੀ ਕਰ ਜਾਏਗਾ। ਔਰ ਜੇ ਸਮਾਜ ਤਰੱਕੀ ਕਰ ਜਾਏਗਾ ਤਾਂ ਪਿੰਡ ਉੱਠੇਗਾ, ਪਿੰਡ ਉੱਠੇਗਾ, ਹਰ ਪਿੰਡ ਤਰੱਕੀ ਕਰ ਜਾਏਗਾ ਤਾਂ ਮੁਲਕ ਉੱਠ ਜਾਏਗਾ, ਮੁਲਕ ਦੀ ਤਰੱਕੀ ਹੋਏਗੀ। ਤੇ ਆਪਾਂ ਇੱਕ ਯੂਨਿਟ ਵੀ ਹਾਂ ਤਾਂ ਬਹੁਤ ਇੰਪੋਰਟੈਂਟ ਹੈ, ਬਹੁਤ ਮਹੱਤਵਪੂਰਨ ਹੈ। ਅੱਜ ਤੁਹਾਡੇ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਤੁਹਾਡੇ ਹੀ ਬੱਚੇ ਪੜ੍ਹਨ ਲਈ ਜਾਂਦੇ ਹੋਣੇ ਆ। ਤੁਹਾਡੇ ਵਿੱਚ ਇਹ ਕਹਿਣ ਆਏ ਸੀ ਕਿ ਜੇ ਤੁਹਾਡੇ ਬੱਚੇ ਵਧੀਆ ਪੜ੍ਹਨ ਵਾਲੇ ਆ, ਕਿਤੇ ਕੋਈ ਡਾਕਟਰ ਬਣਦਾ, ਕੋਈ ਇੰਜੀਨੀਅਰ ਬਣਦਾ, ਜੇ ਕਿਸੇ ਗਰੀਬ ਦੇ ਘਰ ਪੈਸੇ ਨਹੀਂ ਹੈਗੇ ਤਾਂ ਘੱਟੋ ਘੱਟ ਆਪਣੇ ਬੱਚੇ ਨੂੰ ਹੌਸਲਾ ਦੇਵੇ ਕਿ ਆਪਣੇ ਕੋਲ ਬੈਂਕ ਹੈ। ਕਿ ਪੈਸੇ ਨਹੀਂ ਹੈਗੇ ਤਾਂ ਇਸ ਗੱਲੋਂ ਪੜ੍ਹਾਈ ਦੇ ਵਿੱਚ ਪਿੱਛੇ ਨਾ ਰਹਿ ਜੀ, ਪੜ੍ਹਾਈ ਕਰ, ਆਪਣੀ ਤਿਆਰੀ ਕਰ, ਜਦੋਂ ਕਿਤੇ ਪੈਸਿਆਂ ਦੀ ਲੋੜ ਆਏਗੀ ਪੂਰੇ ਮੁਲਕ 'ਚ ਪੜ੍ਹਨ ਲਈ। ਔਰ ਜੇ ਇਸ ਮੁਲਕ ਤੋਂ ਬਾਹਰ ਜਾ ਕੇ ਵੀ ਪੜ੍ਹਨਾ ਹੋਵੇ ਤਾਂ ਤੁਹਾਡੇ ਮੈਨੇਜਰ ਸਾਹਿਬ ਕੋਲੇ ਪਾਵਰ ਹੈ ਕਿ 1 ਕਰੋੜ ਰੁਪਈਏ ਤੱਕ ਪੈਸਾ ਦੇ ਸਕਦੇ ਆ। ਤਾਂ ਪੈਸਾ ਤਾਂ ਦਿੱਤਾ ਜਾਏਗਾ, ਪਰ ਦੇਵਾਂਗੇ ਕਿਹਨੂੰ? ਜਿਹਦੀ ਕੋਈ ਪਾਤਰਤਾ ਹੋਊਗੀ। ਜੇ ਮਾੜੇ ਭਾਂਡੇ 'ਚ ਆਪਾਂ ਦੁੱਧ ਪਾਉਣ ਜਾਈਏ ਨਾ ਭੈਣੇ, ਤਾਂ ਉਹ ਦੁੱਧ ਨਹੀਂ ਪਾਉਂਦਾ, ਕਹਿੰਦਾ ਪਹਿਲਾਂ ਇਹਨੂੰ ਧੋ ਕੇ ਲਿਆਓ। ਤੇ ਜੇ ਮੇਰੀ ਪਾਤਰਤਾ ਠੀਕ ਨਹੀਂ ਹੈ, ਪੂਰੀ ਨਹੀਂ ਹੈ, ਤਾਂ ਮੈਨੂੰ ਪੈਸਾ ਕੌਣ ਦੇਗਾ? ਤਾਂ ਮੈਨੂੰ ਮੇਰੀ ਪਾਤਰਤਾ ਵੀ ਬਣਾਉਣੀ ਪਏਗੀ। ਜਿਹੜੇ ਹੁਣ ਤੁਹਾਨੂੰ ਮੁਦਰਾ ਲੋਨ ਦੀ ਗੱਲ ਕੀਤੀ, 50,000, 5 ਲੱਖ, 10 ਲੱਖ, ਸਾਡੇ ਕੋਲ ਲੋਕ ਆਉਂਦੇ ਆ 50,000 ਦਾ ਲੋਨ ਲੈਣ ਲਈ। ਕੋਈ 5 ਲੱਖ ਵਾਲਾ ਨਹੀਂ ਆਉਂਦਾ, ਕੋਈ 10 ਲੱਖ ਵਾਲਾ ਨਹੀਂ ਆਉਂਦਾ, ਕਹਿੰਦਾ 50,000 ਦਾ ਦੇ ਦਿਓ। ਤੇ ਜਦੋਂ ਮੈਨੇਜਰ ਸਾਹਿਬ ਪੁੱਛਦੇ ਆ ਕਿ 50,000 ਦਾ ਕੀ ਕਰੇਗਾ, ਤਾਂ ਉਹਦਾ ਜਵਾਬ ਹੁੰਦਾ ਕੁਛ ਵੀ ਕਰ ਲਾਂਗੇ। ਹੁਣ ਜਦੋਂ ਕੁਛ ਵੀ ਕਰ ਲਾਂਗੇ ਤਾਂ ਉਹਨੂੰ ਪੈਸਾ ਕੌਣ ਦੇਗਾ? ਤਾਂ ਪਹਿਲਾਂ ਤਾਂ ਆਪਣਾ ਨਿਸ਼ਚੈ ਪੱਕਾ ਹੋਵੇ ਕਿ ਮੈਂ ਆ ਰੁਜ਼ਗਾਰ ਕਰਨਾ ਹੈ, ਮੈਂ ਆ ਕਾਰੋਬਾਰ ਕਰਨਾ ਹੈ। ਜੇ ਬਾਜ਼ਾਰ ਦੇ ਵਿੱਚ ਲੋਕਾਂ ਦੇ ਸ਼ੋਅਰੂਮ ਹੈਗੇ ਤਾਂ ਮੇਰਾ ਵੀ ਸ਼ੋਅਰੂਮ ਹੋਵੇ। ਆਪਾਂ ਸਿਰਫ 50,000 ਲੈ ਕੇ, 25,000 ਲੈ ਕੇ ਖਾਣਾ ਨਹੀਂ ਹੈ। ਆਪਾਂ ਉਸ ਪੈਸੇ ਤੋਂ ਲੈ ਕੇ ਕੀ ਕਾਰੋਬਾਰ ਕਰਨਾ, ਉਸ ਪੈਸੇ ਤੋਂ ਕਿਵੇਂ ਕਮਾ ਕੇ ਬੈਂਕ ਦਾ ਵੀ ਕਰਜ਼ਾ ਮੋੜਨਾ ਹੈ ਅਤੇ ਆਪਦੇ ਘਰੇ ਵੀ ਖਰਚਾ ਲਿਆਉਣਾ। ਤੇ ਜਦੋਂ ਇਹ ਵਿਉਂਤ ਕਰੋਗੇ, ਇਹ ਸੋਚ ਰੱਖੋਗੇ, ਤਾਂ ਫਿਰ ਜੋ ਬੈਂਕ ਦੀਆਂ ਸਕੀਮਾਂ ਹੈ ਉਹ ਤੁਹਾਡੇ ਕੰਮ ਵੀ ਆਉਣਗੀਆਂ ਅਤੇ ਤੁਸੀਂ ਉਸ ਪੈਸੇ ਦੇ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਵੀ, ਸਮਾਜ ਦਾ ਵੀ ਤਰੱਕੀ ਕਰ ਸਕੋਗੇ। ਔਰ ਨਹੀਂ ਤਾਂ ਫਿਰ ਸਾਰਾ ਕਰਜ਼ਾ ਵੀ ਬੇਕਾਰ ਹੋ ਜਾਏਗਾ, ਕਰਜ਼ਾਈ ਹੋ ਜਾਊਗੀ। ਅੱਜ ਸਰਕਾਰ ਨੇ ਨਵੀਂ ਯੋਜਨਾ, ਕਰੋਨਾ ਆਇਆ ਆਪਣੇ ਕੋਲ ਪਿਛਲੇ 1.5-2 ਸਾਲ ਤੋਂ। ਹੁਣ ਕਰੋਨਾ ਦੇ ਕਾਲ ਦੇ ਵਿੱਚ ਕੀ ਪੋਜੀਸ਼ਨ ਸੀ, ਤੁਸੀਂ ਆਪਾਂ ਸਾਰਿਆਂ ਨੇ ਦੇਖਿਆ। ਉਸ ਦਾ ਦੰਸ਼, ਜੋ ਉਸ ਦੀ ਤਕਲੀਫ ਸੀ, ਆਪਾਂ ਸਾਰਿਆਂ ਨੇ ਭੁਗਤੀ ਹੈ। ਫੈਕਟਰੀਆਂ ਬੰਦ, ਸਕੂਲ, ਕਾਲਜ, ਬਾਜ਼ਾਰ ਸਭ ਬੰਦ। ਜਿਹੜਾ ਕੋਈ ਸੜਕ 'ਤੇ ਆਵੇ ਉਹਨੂੰ ਪੁਲਿਸ ਨੇ ਛਿੱਲਤਾ। ਘਰੇ ਬੈਠੇ ਹੁਣ ਰੋਟੀ ਕਿੱਥੋਂ ਖਾਏਂਗੇ? ਕਿਤੇ ਗੁਰਦੁਆਰਿਆਂ ਨੇ ਲੰਗਰ ਲਾਏ, ਕਿਤੇ ਸਮਾਜ ਸੇਵੀਆਂ ਨੇ ਰੋਟੀ ਖਵਾਈ, ਤੇ ਗਰੀਬ ਦੇ ਘਰ ਰੋਟੀ ਆਈ, ਨਹੀਂ ਤਾਂ ਕੋਈ ਸਾਧਨ ਨਹੀਂ ਸੀ। ਔਰ ਜਦੋਂ ਇਹ ਸਾਰਾ ਹਿੰਦੁਸਤਾਨ ਬੰਦ ਹੋ ਗਿਆ ਸੀ ਤਾਂ ਸਿਰਫ ਔਰ ਸਿਰਫ ਇੱਕ ਆਦਮੀ ਕੰਮ ਕਰ ਰਿਹਾ ਸੀ, ਉਹ ਸੀ ਆਪਣਾ ਕਿਸਾਨ। ਉਹ ਖੇਤੀਬਾੜੀ ਕਰਨ ਵਾਲਾ, ਮਜ਼ਦੂਰੀ ਕਰਨ ਵਾਲਾ ਆਦਮੀ ਸੀ, ਜੋ ਖੇਤਾਂ 'ਚ ਮਜ਼ਦੂਰੀ ਕਰ ਰਿਹਾ ਸੀ। ਔਰ ਖੇਤੀਬਾੜੀ ਨੇ ਸਾਰੇ ਮੁਲਕ ਦਾ ਪੇਟ ਭਰਿਆ। ਤਾਂ ਸਰਕਾਰ ਨੂੰ ਵੀ ਖਿਆਲ ਆਇਆ ਕਿ ਕਿਉਂ ਨਾ ਖੇਤੀਬਾੜੀ ਵਾਲੇ ਲੋਕਾਂ ਨੂੰ ਹੀ ਚੱਕਿਆ ਜਾਵੇ। ਕਿ ਕੱਲ੍ਹ ਨੂੰ ਦੁਬਾਰਾ ਜੇ ਕਿਤੇ ਇਹੋ ਜਿਹੀ ਸਮੱਸਿਆ ਮੁਲਕ 'ਚ ਆਵੇ ਤਾਂ ਜੋ ਆਪਣਾ ਜ਼ਿਮੀਂਦਾਰ ਹੈ, ਉਹ ਜ਼ਿਮੀਂਦਾਰ ਇਸ ਮੁਲਕ ਦੀ ਰੀੜ੍ਹ ਦੀ ਹੱਡੀ ਬਣ ਕੇ ਇਹਨੂੰ ਚੱਕੀ ਰੱਖੇ। ਤਾਂ ਸਰਕਾਰ ਨੇ ਨਵੀਂ ਯੋਜਨਾ ਸ਼ੁਰੂ ਕੀਤੀ, ਤੁਹਾਡੇ ਇੱਥੇ ਵੀ ਲਾਗੂ ਹੋਈ। ਪ੍ਰਧਾਨ ਮੰਤਰੀ, ਉਹਨੂੰ ਪ੍ਰਾਈਮ ਮਿਨਿਸਟਰ, ਕਿਆ ਪੂਰਾ ਨਾਮ, ਮਾਈਕਰੋ ਪ੍ਰੋਸੈਸਿੰਗ ਯੂਨਿਟ। ਮਾਈਕਰੋ ਪ੍ਰੋਸੈਸਿੰਗ, ਜੋ ਫੂਡ ਪ੍ਰੋਸੈਸਿੰਗ ਕਰਦੇ ਆ, ਜੋ ਫਲਾਂ ਤੋਂ, ਸਬਜ਼ੀਆਂ ਤੋਂ ਕੋਈ ਚੀਜ਼ ਬਣਾ ਕੇ ਅੱਗੇ ਵੇਚਦੇ ਆ। ਤਾਂ ਉਹ ਯੋਜਨਾ ਬਣਾਈ। ਉਸ ਯੋਜਨਾ ਦਾ ਮੂਲ ਤੱਤ ਕੀ ਹੈ ਕਿ ਜੋ ਵੀ ਕੋਈ ਖੇਤੀਬਾੜੀ ਦੀ ਉਪਜ ਤੋਂ ਜਿਹੜੀ ਪੈਦਾ ਹੋ ਰਹੀ ਹੈ, ਉਸ ਉਪਜ ਤੋਂ ਕੋਈ ਨਵੀਂ ਚੀਜ਼ ਬਣਾਉਂਦਾ ਹੈ। ਮੰਨ ਲਓ ਤੁਸੀਂ ਕਣਕ ਪੈਦਾ ਕੀਤੀ, ਅਤੇ ਜੇ ਕਣਕ ਨੂੰ ਪੀਸ ਕੇ ਕਿਸੇ ਨੇ ਆਟਾ ਬਣਾਤਾ ਤਾਂ ਉਹਨੇ ਨਵੀਂ ਚੀਜ਼ ਬਣਾਤੀ, ਤਾਂ ਉਹ ਇਸ ਯੋਜਨਾ 'ਚ ਪਾਤਰ ਹੋ ਗਿਆ। ਜੇ ਕੋਈ ਆਟਾ ਲੈ ਕੇ ਕਿਸੇ ਨੇ ਬਿਸਕੁਟ ਬਣਾਤੇ ਤਾਂ ਉਹ ਵੀ ਉਹਨੇ ਨਵੀਂ ਚੀਜ਼ ਬਣਾਤੀ, ਉਹਨੂੰ ਵੀ ਇਸ ਯੋਜਨਾ ਦਾ ਫਾਇਦਾ ਮਿਲੂਗਾ। ਜੇ ਕਿਸੇ ਨੇ ਅੰਬ ਲੈ ਕੇ ਅਚਾਰ ਬਣਾਤਾ, ਉਹਦਾ ਵੀ ਇਸ ਕੰਮ 'ਚ ਆਊਗਾ। ਜੇ ਕਿਸੇ ਨੇ ਮੁਰੱਬਾ ਬਣਾ ਕੇ ਵੇਚਣਾ ਸ਼ੁਰੂ ਕਰਤਾ, ਉਹ ਵੀ ਇਸ ਯੋਜਨਾ 'ਚ ਆਊਗਾ। ਜੇ ਕੋਈ ਫਲ ਹੁੰਦੇ ਆ, ਉਹਨਾਂ ਨੇ ਜੂਸ ਬਣਾਉਣੀ ਸ਼ੁਰੂ ਕਰਤੇ, ਉਹਨੂੰ ਵੀ ਇਸ ਕੰਮ ਦਾ, ਯੋਜਨਾ ਦਾ ਲਾਭ ਮਿਲੇਗਾ। ਅਤੇ ਯੋਜਨਾ ਹੈ ਕੀ? ਯੋਜਨਾ ਇਹ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਦਾ ਜਿਹੜਾ ਕੰਮ ਕਰਨਾ ਤੁਹਾਨੂੰ ਆਉਂਦਾ ਹੈ, ਫੂਡ, ਜੋ ਖਾਣ ਪੀਣ ਵਾਲਾ ਸਮਾਨ ਹੈ, ਉਹਨੂੰ ਨਵੇਂ ਰੂਪ 'ਚ ਬਣਾਉਣ ਦਾ ਜਿਹਨੂੰ ਵਿਉਂਤ ਆਉਂਦੀ ਹੈ। ਕੋਈ ਪਾਪੜ ਬਣਾਵੇ, ਕੋਈ ਅਚਾਰ ਬਣਾਵੇ, ਕੋਈ ਮੁਰੱਬਾ ਬਣਾਵੇ, ਕੋਈ ਜੂਸ ਬਣਾਵੇ। ਜੇ ਉਹ ਕੋਈ ਫੈਕਟਰੀ, ਇੰਡਸਟਰੀ ਲਾਉਂਦਾ ਹੈ ਤਾਂ ਜੋ ਵੀ ਕਰਜ਼ਾ ਉਹ ਲਏਗਾ, ਚਾਹੇ ਉਹ ਲੱਖ ਰੁਪਈਆ ਲੈਂਦਾ, ਚਾਹੇ ਉਹ ਲੈਂਦਾ ਕਰੋੜ, ਚਾਹੇ ਲੈਂਦਾ 2 ਕਰੋੜ, ਜੇ ਜੀ ਉਹਦਾ ਕਾਰੋਬਾਰ ਹੈ, ਜੇ ਜੀ ਫੈਕਟਰੀ ਲਾਉਣੀ ਹੈ, ਉਹ ਜਿੰਨਾ ਮਰਜ਼ੀ ਪੈਸਾ ਲਾਵੇ। ਅਤੇ 100 ਰੁਪਏ ਦੇ ਮਗਰ 35 ਰੁਪਏ ਸਰਕਾਰ ਮਾਫੀ ਦੇਗੀ। ਜੇ ਕਿਸੇ ਨੇ 10 ਲੱਖ ਦੀ ਫੈਕਟਰੀ ਲਾਈ ਹੈ ਤਾਂ 3.5 ਲੱਖ ਰੁਪਏ ਉਹਨੂੰ ਮਾਫੀ ਮਿਲਣੀ ਹੈ।
ਹੁਣ ਮੇਰੇ ਪਿੰਡ ਦਾ ਨੌਜਵਾਨ ਤੇ ਇੱਥੇ ਇਹ ਗੱਲ ਸੁਣਨ ਲਈ ਆਇਆ ਹੀ ਨਹੀਂ ਹੈ, ਮੈਂ ਕਿਹਨੂੰ ਸੁਣਾਵਾਂ? ਜੋ ਬਜ਼ੁਰਗ ਬੰਦਾ ਪੈਨਸ਼ਨ ਲੈਣ ਵਾਲਾ, ਉਹ ਬਾਬੇ ਨੇ ਫੈਕਟਰੀ ਥੋੜ੍ਹਾ ਲਾਉਣੀ ਆ, ਬਾਬੇ ਦੇ ਪੋਤੇ ਨੇ ਲਾਉਣੀ ਆ, ਔਰ ਪੋਤਾ ਆਇਆ ਨਹੀਂ। ਹੁਣ ਉਹਨੂੰ ਜਾ ਕੇ ਘਰੇ ਜਾ ਕੇ ਇਹ ਗੱਲ ਸੁਣਾਇਆ ਜੇ ਕਿ ਇਹ ਸਕੀਮ ਬੈਂਕ ਦੇ ਵਿੱਚ ਹੈ, ਜੇ ਰੋਜ਼ਗਾਰ ਨਹੀਂ ਮਿਲੀ, ਨੌਕਰੀ ਨਹੀਂ ਮਿਲੀ ਤਾਂ ਆਪਣਾ ਰੋਜ਼ਗਾਰ ਪੈਦਾ ਕਰੋ। ਤਾਂ ਆਪਣਾ ਰੋਜ਼ਗਾਰ ਪੈਦਾ ਕਰੋ, ਉਹਦੇ ਲਈ ਪੈਸਾ ਚਾਹੀਦਾ, ਤੁਹਾਡਾ ਬੈਂਕ ਤੁਹਾਨੂੰ ਪੈਸਾ ਦੇਗਾ। ਔਰ ਇਸ ਯੋਜਨਾ 'ਚ ਵੱਧ ਤੋਂ ਵੱਧ ਜਿਹੜੀ ਮਾਫੀ ਹੈ, ਸਬਸਿਡੀ ਹੈ, ਉਹ 10 ਲੱਖ ਰੁਪਏ ਤੱਕ ਮਿਲ ਸਕਦੀ ਹੈ। ਦੁਬਾਰਾ ਸੁਣ ਲਓ ਕਿ ਜੋ ਵੀ ਇਸ ਤਰੀਕੇ ਦਾ ਕਾਰੋਬਾਰ ਕਰਦਾ ਹੈ, ਉਹਨੂੰ ਜੋ ਵੀ ਪੈਸਾ ਉਹ ਕਰਜ਼ਾ ਲਏਗਾ, ਉਹਦੇ 'ਚ 10 ਲੱਖ ਰੁਪਏ ਤੱਕ ਉਹਨੂੰ ਮਾਫੀ ਸਰਕਾਰ ਦੇਗੀ। ਜੇ ਕਿਸੇ ਨੂੰ ਕੋਈ ਟ੍ਰੇਨਿੰਗ ਚਾਹੀਦੀ ਹੈ, ਉਹ ਟ੍ਰੇਨਿੰਗ ਦਾ ਵੀ ਇੰਤਜ਼ਾਮ ਕਰਾ ਕੇ ਦੇਵਾਂਗੇ। ਆ ਭੈਣਾਂ ਮੇਰੀਆਂ ਬੈਠੀਆਂ ਨੇ, ਸ਼ਾਇਦ ਇਹਨਾਂ ਕੋਲ ਜ਼ਮੀਨ ਜ਼ਿਆਦਾ ਨਾ ਹੋਵੇ, ਪਰ ਇਹਨਾਂ ਦੇ ਕੋਲ ਬੁੱਧੀ ਤਾਂ ਹੈ ਨਾ ਆਪਦੀ, ਕਿ ਇਹ ਵੀ ਆਪ ਦਾ ਰਲ ਮਿਲ ਕੇ ਕੰਮ ਕਰ ਸਕਦੇ ਆ। ਚਰਚਾ ਕੀਤੀ ਹੋਣੀ ਇਹਨਾਂ ਨੇ ਕਿ 10 ਲੇਡੀਜ਼ ਰਲ ਕੇ ਆਪਣਾ ਗਰੁੱਪ ਬਣਾ ਲਓ, ਸੈਲਫ ਹੈਲਪ ਗਰੁੱਪ ਬਣਾ ਲਓ, ਔਰ ਉਸ ਸੈਲਫ ਹੈਲਪ ਗਰੁੱਪ ਨੂੰ ਬਣਾ ਕੇ ਵੀ ਆਪਣਾ ਕੰਮ ਸ਼ੁਰੂ ਕਰ ਲਓ। ਜੇ ਸੈਲਫ ਹੈਲਪ ਗਰੁੱਪ ਦੇ ਰਾਹੀਂ ਤੁਸੀਂ ਇਹ ਰੋਜ਼ਗਾਰ ਕਰੋਗੇ, ਕਾਰੋਬਾਰ ਕਰੋਗੇ, ਔਰ ਇਹ ਫੂਡ ਪ੍ਰੋਸੈਸਿੰਗ ਵਾਲਾ ਕੰਮ ਅਗਰ ਕਰੋਗੇ, ਤਾਂ ਹਰ ਲੇਡੀ ਨੂੰ 40,000 ਰੁਪਈਆ ਮਾਫੀ ਮਿਲੇਗੀ। 10 ਦੇ ਗਰੁੱਪ ਦੇ ਵਿੱਚ ਤੁਸੀਂ 10 ਲੱਖ ਦਾ ਕੰਮ ਕਰ ਲਿਆ, ਤਾਂ ਤੁਹਾਨੂੰ 10 ਨੂੰ 4 ਲੱਖ ਰੁਪਈਆ ਮਾਫੀ ਵੀ ਮਿਲੇਗੀ। ਤੇ 10 ਲੱਖ ਰੁਪਈਆ ਤਾਂ ਬਹੁਤ ਹੁੰਦਾ ਹੈ, ਉਹਦੇ ਨਾਲ ਤੁਸੀਂ ਆਪਣਾ ਕੋਈ ਵੀ ਰੋਜ਼ਗਾਰ ਕਾਰੋਬਾਰ ਕਰ ਸਕਦੇ ਹੋ। ਜੇ ਬਾਜ਼ਾਰ 'ਚ ਲਾਲਿਆਂ ਦੀ ਹੱਟੀ ਹੈ, ਤਾਂ ਤੁਸੀਂ ਵੀ ਆਪਦਾ ਫੱਟਾ ਲਾ ਕੇ ਵੱਡੀ ਦੁਕਾਨ ਖੋਲ੍ਹ ਸਕਦੇ ਹੋ, ਜਿੱਥੇ ਤੁਸੀਂ ਆਪਣਾ ਬਣਾਇਆ ਸਮਾਨ ਵੇਚ ਸਕਦੇ ਹੋ, ਮਾਰਕੀਟਿੰਗ ਕਰ ਸਕਦੇ ਹੋ। ਘਰਾਂ 'ਚ ਲੜਕੀਆਂ ਪੜ੍ਹੀਆਂ ਲਿਖੀਆਂ ਹੁਣ ਤਾਂ ਸਾਰਿਆਂ ਦੇ। ਤਾਂ ਇਸ ਤਰੀਕੇ ਦੀ ਸੋਚ ਪੈਦਾ ਕਰੋ ਕਿ ਅਸੀਂ ਸਿਰਫ ਜੂਨ ਕੱਟਣ ਲਈ ਪੈਦਾ ਨਹੀਂ ਹੋਏ, ਸਾਡੇ ਜਿੰਮੇ ਵੀ ਕੋਈ ਕੰਮ ਲੱਗਿਆ। ਤੁਸੀਂ ਘਰਾਂ 'ਚ ਸਾਰਾ ਦਿਨ ਕੰਮ ਕਰਦੀਆਂ ਜੀ। ਸਭ ਤੋਂ ਪਹਿਲਾਂ ਘਰੇ ਮਾਤਾ ਉੱਠਦੀ 4 ਵਜੇ, ਸਭ ਤੋਂ ਬਾਅਦ 'ਚ ਘਰ 'ਚ ਸੌਣ ਵਾਲੀ ਵੀ ਲੇਡੀ ਹੁੰਦੀ 11 ਵਜੇ। ਉਹ ਸਾਰਾ ਦਿਨ ਕੰਮ ਕਰਦੀ, ਬੱਚਿਆਂ ਦਾ, ਪਰਿਵਾਰ ਦਾ, ਸਮਾਜ ਦਾ। ਉਸ ਤੋਂ ਬਾਅਦ ਜਦੋਂ ਆਦਮੀ ਘਰੇ ਆਉਂਦਾ ਨਾ, ਉਹ ਕੀ ਕਹਿੰਦਾ ਕਿ ਸਾਰਾ ਦਿਨ ਵਿਹਲੀਆਂ ਬੈਠਦੀਆਂ ਨੇ। ਤੁਹਾਡੇ ਕੰਮ ਦੀ ਕੋਈ ਕੀਮਤ ਨਹੀਂ ਹੈ। ਜੇ ਤੁਹਾਡੇ ਕੰਮ 'ਚੋਂ ਕੋਈ ਪੈਸਾ ਨਿਕਲ ਕੇ ਆ ਰਿਹਾ, ਤਾਂ ਫਿਰ ਤਾਂ ਕੰਮ ਦੀ ਕੀਮਤ ਹੈ, ਔਰ ਨਹੀਂ ਤਾਂ ਇਹੀ ਸੁਣਨ ਨੂੰ ਮਿਲੇਗਾ ਕਿ ਸਾਰਾ ਦਿਨ ਵਿਹਲੀਆਂ ਹੀ ਬੈਠੀਆਂ ਨੇ। ਤਾਂ ਤੁਸੀਂ ਇਹ ਠੱਪਾ ਆਪਣੇ ਤੋਂ ਉਤਾਰੋ, ਆਪਣੇ ਆਪ ਨੂੰ, ਆਪਣਾ ਵਜੂਦ ਪਛਾਣੋ, ਔਰ ਆਪਣਾ ਵਜੂਦ ਪਛਾਣ ਕੇ ਜੋ ਕੋਈ ਕੰਮ ਕਰਨਾ ਚਾਹੁੰਦੇ ਹੋ, ਉਸ ਕੰਮ ਵਾਲੇ ਪਾਸੇ ਚੱਲੋ। ਜਿੱਥੇ ਪੈਸਿਆਂ ਦੀ ਲੋੜ ਹੈ, ਜਿੱਥੇ ਸਹਾਰੇ ਦੀ ਲੋੜ ਹੈ, ਤਾਂ ਤੁਹਾਡਾ ਬੈਂਕ ਤੁਹਾਡੇ ਨਾਲ ਹਰ ਵੇਲੇ ਖੜਾ ਹੈ। ਤਾਂ ਆਪਣਾ ਗਰੁੱਪ ਬਣਾ ਕੇ ਕੰਮ ਕਰਾਓ। ਜਿਹੜੇ ਬੇਜ਼ਮੀਨ ਹੈ ਜ਼ਿਮੀਂਦਾਰ ਨੇ, ਮੇਰੇ ਪਿਓ ਕੋਲ 4 ਕਿੱਲੇ ਸੀ, ਮੁੰਡੇ 4 ਹੋ ਗਏ, ਕਿੱਲਾ ਰਹਿ ਗਈ। ਉਹਨਾਂ ਦੇ ਅੱਗੇ 4 ਹੋ ਗਏ, ਤਾਂ ਫਿਰ ਮਰਲਾ ਰਹਿ ਗਈ। ਹੁਣ ਉਸ ਜ਼ਿਮੀਂਦਾਰ ਨੂੰ ਜਿਹਦੇ ਬਾਪ ਦਾਦਾ ਖੇਤੀ ਕਰ ਰਹੇ ਸੀ, ਬੱਚਿਆਂ ਕੋਲ ਜ਼ਮੀਨ ਹੀ ਨਹੀਂ ਬਚੀ, ਪਰ ਉਹਨਾਂ ਨੂੰ ਕੰਮ ਵੀ ਕੋਈ ਨਹੀਂ ਆਉਂਦਾ, ਤਾਂ ਉਹ ਕੀ ਕਰਦੇ? ਉਹ ਹਿੱਸੇ ਠੇਕੇ ਲੈ ਕੇ ਪੈਲੀ ਵਾਹੁੰਦੇ। ਤੇ ਜੇ ਕੋਈ ਹਿੱਸੇ ਠੇਕੇ ਲੈ ਕੇ ਵੀ ਪੈਲੀ ਵਾਹੁੰਦਾ, ਆਪਣੀ ਜ਼ਮੀਨ ਨਹੀਂ ਵੀ ਹੈ, ਤਾਂ ਵੀ ਜੇ ਉਹ 4 ਭਰਾ ਰਲ ਜਾਣ ਪਿੰਡ ਵਾਲੇ, ਤਾਂ ਉਹਨਾਂ ਚਾਰਾਂ ਨੂੰ ਮਿਲਾ ਕੇ ਅਸੀਂ ਉਹਨਾਂ ਦਾ ਇੱਕ ਯੂਨਿਟ ਬਣਾ ਕੇ ਉਹਨਾਂ ਦੀ ਆਪਸੀ ਗਰੰਟੀ ਦੇ ਨਾਲ ਹੀ ਉਹਨਾਂ ਨੂੰ 4 ਲੱਖ ਰੁਪਏ ਤੱਕ ਦੇ ਦਿੰਦੇ ਹਾਂ। ਔਰ ਉਸ 4 ਲੱਖ 'ਤੇ ਜਿਹੜੀ ਵਿਆਜ ਹੈ, ਉਹ 4% ਹੀ ਪੈਣੀ ਹੈ। ਸਾਲ ਦੇ 4 ਲੱਖ ਦੀ ਵਿਆਜ 16,000, ਮਹੀਨੇ ਦੀ ਨਹੀਂ। ਆੜਤੀਆ ਮਹੀਨੇ ਦੀ ਵੀ ਲਾ ਲੈਂਦਾ। ਪਿੰਡਾਂ 'ਚ 5 ਰੁਪਏ ਸੈਂਕੜਾ ਮਹੀਨੇ ਦਾ ਹੁੰਦਾ ਹੈ, ਇੱਥੇ ਸਰਕਾਰ ਦਾ 4 ਰੁਪਏ ਸੈਂਕੜਾ ਪੂਰੇ ਸਾਲ ਦਾ। ਤਾਂ ਤਰੱਕੀ ਦੇ ਰਾਸਤੇ ਤਾਂ ਸਰਕਾਰ ਨੇ ਬਣਾ ਕੇ ਦਿੱਤੇ, ਪਰ ਜੇ ਉਹਦੇ 'ਤੇ ਚੱਲਣਾ ਚਾਹਾਂਗੇ ਫਿਰ ਨਾ। ਤੇ ਜਦੋਂ ਵੀ ਇਹੋ ਜਿਹੀ ਕੋਈ ਮੀਟਿੰਗ ਹੁੰਦੀ ਹੈ, ਔਰ ਕਮ ਸੇ ਕਮ ਬੈਂਕ ਵਾਲਾ, ਸਾਡੀ ਤਾਂ ਸੋਚ ਹੀ ਇਹੀ ਹੁੰਦੀ ਹੈ ਕਿ ਜ਼ਿਮੀਂਦਾਰ ਵਧੀਆ ਹੋਵੇ। ਸਾਡੇ ਤੇ ਖੁਸਰਿਆਂ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਖੇਤੀ ਤੁਹਾਡੀ ਹੁੰਦੀ, ਤਾੜੀਆਂ ਅਸੀਂ ਮਰੀ ਜਾਂਦੇ। ਖੁਸ਼ ਅਸੀਂ ਹੋ ਰਹੇ ਹੁੰਦੇ ਹਾਂ ਕਿ ਜ਼ਿਮੀਂਦਾਰ ਦੀ ਫਸਲ ਬਹੁਤ ਵਧੀਆ ਐਤਕੀ। ਸਾਡੇ ਘਰੇ 1 ਕਿਲੋ ਦਾਣਾ ਵੀ ਨਹੀਂ ਆਉਣਾ, ਲੇਕਿਨ ਸਾਡੀ ਖੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਹੁੰਦਾ ਕਿ ਬਹੁਤ ਵਧੀਆ ਫਸਲ ਹੈ, ਚੰਗਾ ਪੈਸਾ ਹੋਊਗਾ, ਚੰਗੀ ਤਰੱਕੀ ਹੋਊਗੀ। ਅਸੀਂ ਤਾਂ ਹਰ ਵੇਲੇ ਤੁਹਾਡੀ ਖੁਸ਼ੀ ਦੀ ਕਾਮਨਾ ਕਰਦੇ ਹਾਂ। ਜੇ ਇੱਥੇ ਵੀ ਆਉਂਦੇ ਹਾਂ, ਤੁਹਾਡਾ 10 ਮਿੰਟ ਟਾਈਮ ਲੈਂਦੇ ਹਾਂ, ਤਾਂ ਵੀ ਆਪਣਾ ਟਾਈਮ ਲਾ ਕੇ ਆਉਂਦੇ ਹਾਂ। ਅੱਜ ਜੇ 4 ਅਫਸਰ ਇੱਥੇ ਆਏ ਆ, ਤਾਂ ਸਰਕਾਰ ਦਾ 20-30 ਹਜ਼ਾਰ ਰੁਪਇਆ ਖਰਚ ਹੋ ਗਿਆ। ਪਰ ਉਸ 20-30 ਹਜ਼ਾਰ ਰੁਪਇਆ ਖਰਚ ਕਰਨ ਤੋਂ ਬਾਅਦ ਜੋ ਅਸੀਂ ਗੱਲਾਂ ਕਰ ਰਹੇ ਹਾਂ, ਹੋ ਸਕਦਾ ਤੁਹਾਡੇ ਕੰਮ ਦੀ 10 ਪੈਸੇ ਹੋਵੇ, ਅਤੇ ਜਿਹੜੀ 90 ਪੈਸੇ ਤੁਹਾਡੇ ਕੰਮ ਦੀ ਨਹੀਂ ਹੈ, ਉਹ ਜਿਨ੍ਹਾਂ ਦੇ ਕੰਮ ਦੀ ਸੀ, ਉਹ ਲੋਕ ਨਹੀਂ ਆਏ। ਤਾਂ ਮੇਰੇ ਕਹਿਣ ਦਾ ਭਾਵ ਇਹੀ ਹੈ, ਤੁਸੀਂ ਸਿਆਣੇ ਬੰਦੇ ਬੈਠੇ ਹੋ, ਆਪਣੇ ਬੱਚਿਆਂ ਨੂੰ ਪ੍ਰੇਰਿਆ ਕਰੋ ਕਿ ਜਦੋਂ ਕੋਈ ਬੈਂਕ ਵਾਲਿਆਂ ਦਾ ਜਾਂ ਸਰਕਾਰ ਦਾ ਕੋਈ ਇਹੋ ਜਿਹਾ ਸੈਮੀਨਾਰ ਹੁੰਦਾ ਹੈ ਜਾਂ ਕੋਈ ਮੀਟਿੰਗ ਹੁੰਦੀ ਹੈ, ਤਾਂ ਜ਼ਰੂਰ ਜਾਓ, ਤੁਹਾਨੂੰ ਮੁਫਤ 'ਚ ਜਾਣਕਾਰੀ ਮਿਲਦੀ ਹੈ। ਤੁਸੀਂ ਹੁਣ ਦੱਸ ਰਹੇ ਸੀ ਨਾ ਕਿ ਮੈਨੂੰ ਬੈਂਕ 'ਚ ਗੱਲ ਨਹੀਂ ਸੁਣਦਾ। ਹੁਣ ਬੈਂਕ ਦੇ ਚੀਫ ਸਾਹਿਬ ਤੁਹਾਡੇ ਕੋਲ ਬੈਠੇ ਆ, ਮੈਨੇਜਰ ਸਾਹਿਬ ਕੋਲ ਬੈਠੇ ਆ। ਜਦੋਂ ਇਹਨਾਂ ਦੇ ਸਾਹਮਣੇ ਆਪਾਂ ਗੱਲਾਂ ਕਰਾਂਗੇ, ਅਤੇ ਕੱਲ੍ਹ ਨੂੰ ਤੁਸੀਂ ਇਹਨਾਂ ਦੇ ਕੋਲ ਜਾਓਗੇ ਮੇਜ਼ 'ਤੇ, ਇਹ ਤੁਹਾਨੂੰ ਕਿਵੇਂ ਮਨਾ ਕਰ ਲੈਣਗੇ? ਤੁਸੀਂ ਆਪ ਕਹੋਗੇ ਕਿ ਤੁਸੀਂ ਆਪ ਤਾਂ ਬੋਲ ਕੇ ਆਏ ਸੀ, ਤੁਹਾਡੀ ਵੀਡੀਓ ਵੀ ਬਣੀ ਆ, ਉੱਥੇ ਬੋਲਦੇ ਨੂੰ ਸੁਣਾ ਵੀ ਦਿੰਦੇ ਤੁਹਾਨੂੰ, ਅਤੇ ਅੱਜ ਸੁਣਦੇ ਕਿਉਂ ਨਹੀਂ? ਪਰ ਜਦੋਂ ਤੀਕਣ ਜਾਣਕਾਰੀ ਨਹੀਂ ਰੱਖੋਗੇ,
ਜਦੋਂ ਤੱਕ ਜਾਣਕਾਰੀ ਨਹੀਂ ਹੋਊਗੀ, ਜਦੋਂ ਤੱਕ ਆਪਣੀ ਪਾਤਰਤਾ ਨਹੀਂ ਬਣੇਗੀ, ਉਦੋਂ ਤੱਕ ਕੌਣ ਮਦਦ ਕਰੇਗਾ। ਤਾਂ ਤੁਹਾਡੇ ਵਿੱਚ ਅੱਜ ਇਹੀ ਗੱਲਾਂ ਕਰਨ ਆਇਆ ਸੀ ਕਿ ਜੇ ਤੁਸੀਂ ਆਪਣੀ ਔਰ ਪਰਿਵਾਰ ਦੀ ਔਰ ਸਮਾਜ ਦੀ ਤਰੱਕੀ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਸੋਚਣਾ ਸ਼ੁਰੂ ਕਰੋ। ਜੇ ਨਿਊਜ਼ ਵੇਖਦੇ ਹੋ ਤਾਂ ਲੋਕਾਂ ਨੂੰ ਵੇਖੋ ਕਿਵੇਂ ਤਰੱਕੀ ਕਰ ਰਹੇ। ਅੱਜ ਸਵੇਰੇ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ, ਯੂਪੀ ਦੇ ਵਿੱਚ ਤੇ ਕਰਨਾਟਕ 'ਚ ਕੇਲਾ ਬਹੁਤ ਹੁੰਦਾ, ਤਾਂ ਕੇਲਾ ਤੋੜਨ ਤੋਂ ਬਾਅਦ ਜਿਹੜਾ ਬੂਟਾ ਬਚ ਜਾਂਦਾ ਉਹ ਆਪਾਂ ਸਿੱਟ ਦਿੰਦੇ, ਉਹਨੂੰ ਚੱਕਣ ਦੇ ਢੁਆਣ ਦੇ ਵੀ 5-7 ਰੁਪਏ ਕਿਲੋ ਕੋਈ ਕੁਇੰਟਲ ਦੀ ਸਟਾਈ ਦਿੰਦੇ ਆ। ਉਹਨਾਂ ਨੇ ਕੀ ਕੀਤਾ ਕਿ ਗੁਜਰਾਤ ਦੀ ਕੰਪਨੀ ਨੇ ਇੱਕ ਮਸ਼ੀਨ ਬਣਾਈ ਹੈ, ਜਿਹੜਾ ਉਹ ਕੇਲੇ ਦਾ ਤਣਾ ਹੁੰਦਾ, ਸਟੈਮ ਹੁੰਦੀ ਹੈ, ਉਹਨੂੰ ਕ੍ਰਸ਼ ਕਰਕੇ ਉਹਦੇ ਵਿੱਚੋਂ ਰੇਸ਼ਾ ਕੱਢਦੇ ਆ। ਉਸ ਰੇਸ਼ੇ ਨੂੰ ਕੱਢ ਕੇ ਉਹਦੇ ਤੋਂ ਕੱਪੜਾ ਜਾਂ ਜੋ ਵੀ ਸਮਾਨ ਬਣਾਉਣਾ ਉਹ ਸਮਾਨ ਬਣਦਾ। ਕਰਨਾਟਕ ਵਾਲੇ ਨੇ ਉਸ ਤੋਂ ਇੱਕ ਕੰਮ ਹੋਰ ਅੱਗੇ ਕਰ ਲਿਆ। ਕੇਲਾ ਨਹੀਂ ਵਿਕਿਆ ਕਰੋਨਾ 'ਚ, 2 ਰੁਪਏ ਕਿਲੋ ਨਹੀਂ ਕਿਸੇ ਨੇ ਲਿਆ, ਉਹਨਾਂ ਨੇ ਕੇਲੇ ਦਾ ਆਟਾ ਬਣਾਉਣਾ ਸ਼ੁਰੂ ਕਰਤਾ। ਹੁਣ ਇਹ ਕੰਮ ਕੌਣ ਕਰ ਰਿਹਾ ਹੈ? ਇਹ ਪਿੰਡਾਂ ਦੀਆਂ ਲੇਡੀਜ਼ ਕਰ ਰਹੀਆਂ ਨੇ। ਉਹਨਾਂ ਦੇ ਜ਼ਿਮੀਂਦਾਰ ਦੀ ਜਿਣਸ ਬਾਜ਼ਾਰ 'ਚ ਨਹੀਂ ਵਿਕੀ, ਉਹਨੇ ਜਿਣਸ ਤੋਂ ਆਪਦੀ ਨਵੀਂ ਜਿਣਸ ਬਣਾ ਲਈ। ਹੁਣ ਉਹੀ ਜਿਹੜਾ 2 ਰੁਪਏ ਕਿਲੋ ਕੇਲਾ ਨਹੀਂ ਸੀ ਵਿਕਦਾ, ਉਹਦਾ ਆਟਾ 10 ਰੁਪਏ, 20 ਰੁਪਏ, 50 ਰੁਪਏ ਵਿਕਣ ਲੱਗ ਗਿਆ। ਅਤੇ ਕੀ ਆਪਣੇ ਪਿੰਡਾਂ ਦੇ ਵਿੱਚ ਐਸੀ ਕੋਈ ਜਿਣਸ ਨਹੀਂ ਪੈਦਾ ਹੁੰਦੀ ਕਿ ਜਿੱਥੋਂ ਆਪਾਂ ਵੀ ਨਵਾਂ ਰੁਜ਼ਗਾਰ ਕਰ ਸਕੀਏ? ਵੱਡੇ ਸ਼ਹਿਰਾਂ 'ਚ ਵੇਖੀਦਾ ਪਿੰਡਾਂ ਦੀ ਲੇਡੀਜ਼ ਸਾਗ ਤੋੜ ਕੇ ਨਾ ਕੋਤਰਾ ਕਰਕੇ ਉਹਦੀ ਥੈਲੀ ਬਣਾ ਕੇ ਬਾਹਰ ਵੇਚ ਦਿੰਦੀਆਂ। ਸਾਰੀਆਂ ਕੰਮ ਵਾਲੀ ਲੇਡੀਜ਼ ਨੇ ਖਰੀਦ ਕੇ ਲੈ ਜਾਂਦੀਆਂ ਨੇ। ਐਂ ਸਾਗ ਵਿਕੂ 2 ਰੁਪਏ ਕਿਲੋ, ਜਦੋਂ ਉਹਨੇ ਥੈਲੀ ਬਣਾਤੀ 25 ਰੁਪਏ ਥੈਲੀ ਵਿਕੂ। ਕੋਈ ਖੁੰਬਾਂ ਉਗਾ ਕੇ ਥੈਲੀਆਂ ਬਣਾ ਕੇ ਵੇਚ ਦਿੰਦੇ ਆ। ਅਤੇ ਜਦੋਂ ਵਿਚਾਰ ਕਰੋਗੇ ਤੁਹਾਡੇ ਮਨ 'ਚ 100 ਤਰੀਕੇ ਦੇ ਭਾਵ ਆਉਣਗੇ। ਅੱਜ ਸਰਕਾਰ ਨੇ ਹਰੇਕ ਜ਼ਿਲ੍ਹੇ ਦੀ ਇੱਕ ਖਾਸ ਚੀਜ਼ ਨੂੰ ਕਿਹਾ ਕਿ ਇੱਕ ਪ੍ਰੋਡਕਟ ਬਣੇਗੀ। ਜਿਵੇਂ ਤੁਹਾਡਾ ਪਟਿਆਲਾ ਜ਼ਿਲ੍ਹਾ ਹੈ, ਤਾਂ ਉਹਨਾਂ ਨੇ ਕਿਹਾ ਪਟਿਆਲੇ ਜ਼ਿਲ੍ਹੇ ਦੀ ਆਪਾਂ ਬ੍ਰਾਂਡਿੰਗ ਕਰਾਂਗੇ, ਇਹਦਾ ਨਾਮ ਕਰੀਏ ਕਿ ਪਟਿਆਲੇ ਜ਼ਿਲ੍ਹੇ 'ਚ ਕੀ ਬਣਦਾ। ਇੱਥੇ ਅਮਰੂਦ ਕਾਫੀ ਹੁੰਦਾ, ਤੁਹਾਡੇ ਏਰੀਏ 'ਚ ਅਮਰੂਦ ਕਾਫੀ ਹੁੰਦਾ, ਤਾਂ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਵਾਸਤੇ ਕਿਹਾ ਕਿ ਇਸ ਜ਼ਿਲ੍ਹੇ ਦੀ ਇੱਕ ਖਾਸ ਚੀਜ਼ ਬਣਾਈਏ ਅਮਰੂਦ ਦੀ। ਹੁਣ ਅਮਰੂਦ ਦੀ ਕੋਈ ਜੈਲੀ ਬਣਾਉਂਦਾ, ਕੀ ਬਣਾਉਂਦਾ, ਕੀ ਪ੍ਰੋਡਕਟ ਬਣ ਸਕਦੀ ਹੈ, ਤੁਸੀਂ ਸੋਚਣਾ। ਤੁਹਾਡੇ ਏਰੀਏ 'ਚ ਫਲ ਹੁੰਦਾ, ਇਸ ਫਲ ਤੋਂ ਕੀ ਬਣਾਇਆ ਜਾ ਸਕਦਾ। ਜਾਂ ਤੁਹਾਨੂੰ ਟ੍ਰੇਨਿੰਗ ਦੇਣ ਵਾਲੇ ਜੋ ਫੂਡ ਪ੍ਰੋਸੈਸਿੰਗ ਯੂਨਿਟ ਵਾਲੇ, ਉਹ ਤੁਹਾਨੂੰ ਟ੍ਰੇਨਿੰਗ ਦੇਣਗੇ। ਹੁਣ ਮਸ਼ੀਨਰੀ ਚਾਹੀਦੀ ਹੈ, ਪੈਸਾ ਚਾਹੀਦਾ, ਉਹ ਤੁਹਾਨੂੰ ਬੈਂਕ ਦੇਊਗਾ। ਪਰ ਕੰਮ ਤਾਂ ਫਿਰ ਆਪਾਂ ਨੂੰ ਆਪ ਹੀ ਕਰਨਾ ਪਏਗਾ, ਸੋਚਣਾ ਵੀ ਆਪਣੇ ਆਪ ਨੂੰ ਹੀ ਪਏਗਾ। ਮੁਹਾਲੀ ਜ਼ਿਲ੍ਹਾ ਹੈ, ਉੱਥੇ ਉਹਨਾਂ ਨੇ ਕਿਹਾ ਇੱਥੇ ਦੁੱਧ ਜ਼ਿਆਦਾ ਹੁੰਦਾ ਇਸ ਏਰੀਏ 'ਚ, ਅਤੇ ਇੱਥੇ ਦੁੱਧ ਅਤੇ ਦੁੱਧ ਦੀਆਂ ਚੀਜ਼ਾਂ ਬਣਾ ਕੇ ਵੇਚੀਏ, ਉਹਦੀਆਂ ਫੈਕਟਰੀਆਂ ਲਾਈਏ। ਤਾਂ ਹਰ ਜ਼ਿਲ੍ਹੇ ਦੀ ਇੱਕ ਖਾਸ ਬ੍ਰਾਂਡਿੰਗ ਕੀਤੀ ਕਿ ਇਸ ਜ਼ਿਲ੍ਹੇ ਦਾ ਇਹ ਸਮਾਨ ਹੋਣਾ ਚਾਹੀਦਾ। ਔਰ ਤੁਹਾਡੇ ਪਟਿਆਲਾ ਜ਼ਿਲ੍ਹੇ ਵਾਸਤੇ ਸਰਕਾਰ ਨੇ ਕਿਹਾ ਕਿ ਅਮਰੂਦ ਦੀਆਂ ਚੀਜ਼ਾਂ ਖਾਸ ਕਰਕੇ ਬਣਾਓ। ਐਸਾ ਨਹੀਂ ਕਿ ਜੇ ਕਿਸੇ ਹੋਰ ਚੀਜ਼ ਦੀ ਤੁਸੀਂ ਮੈਨੂਫੈਕਚਰਿੰਗ ਕਰੋਗੇ ਤਾਂ ਉਹਦੀ ਵੈਲਿਊ ਨਹੀਂ, ਉਹਨੂੰ ਵੀ ਕੀਮਤ ਪਏਗੀ, ਪਰ ਤੁਹਾਡੇ ਪਟਿਆਲੇ ਦਾ ਨਾਂ ਅਮਰੂਦ ਦੇ ਨਾਂ ਤੋਂ ਹੋਏਗਾ, ਮੁਹਾਲੀ ਦਾ ਨਾਂ ਦੁੱਧ ਤੋਂ ਹੋਏਗਾ, ਰੋਪੜ ਦਾ ਨਾਂ ਅੰਬ ਤੋਂ ਹੋਏਗਾ। ਤਾਂ ਉਹਨਾਂ ਨੇ ਹਰੇਕ ਜ਼ਿਲ੍ਹੇ ਦੀ ਇੱਕ ਫਸਲ ਰੱਖਤੀ। ਫਿਰ ਤੁਹਾਡੇ ਵਿੱਚ ਇੱਕ ਨਾ ਕੋਈ ਉਹਨਾਂ ਦਾ ਰਿਸੋਰਸ ਪਰਸਨ ਆਊਗਾ ਪਿੰਡਾਂ 'ਚ, ਉਹ ਆਦਮੀ ਆ ਕੇ ਤੁਹਾਨੂੰ ਪੁੱਛੇਗਾ ਕੀ ਕੰਮ ਕਰਨਾ ਚਾਹੁੰਦੇ ਹੋ, ਉਹ ਤੁਹਾਡੀਆਂ ਅਰਜ਼ੀਆਂ ਭਰਾਊਗਾ। ਜੇ ਤੁਹਾਡੀ ਅਰਜ਼ੀ ਸਾਡੇ ਬੈਂਕ 'ਚ ਆਉਂਦੀ ਹੈ, ਪੰਜਾਬ ਗ੍ਰਾਮੀਣ ਬੈਂਕ 'ਚ ਆਉਂਦੀ ਹੈ, ਤਾਂ ਫਿਰ ਚੀਫ ਸਾਹਿਬ ਦੇਖਣਗੇ। ਔਰ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਮੈਂ ਕਹਿ ਰਿਹਾ ਇੱਥੇ ਬੈਠ ਕੇ ਕਿ ਜਿਹਦਾ ਵੀ ਯੂਨਿਟ ਸਹੀ ਲੱਗਦਾ ਹੋਏਗਾ, ਕਾਮਯਾਬ ਹੋਣ ਦੇ ਲਾਇਕ ਲੱਗਦਾ ਹੋਏਗਾ, ਜਿਹਦੀ ਸਿਬਲ ਖਰਾਬ ਨਹੀਂ ਹੋਏਗੀ, ਜਿਹਦਾ ਆਪਣਾ ਪਿਛਲਾ ਰਿਕਾਰਡ ਬੈਂਕ ਦੇ ਵਿੱਚ ਲੋਨ ਕਰਜ਼ਾ ਲੈਣ ਦਾ ਖਰਾਬ ਨਹੀਂ ਹੋਏਗਾ, ਉਹਨੂੰ 100% ਗਰੰਟੀ ਨਾਲ ਕਹਿੰਦਾ ਤੁਹਾਨੂੰ ਚੀਫ ਸਾਹਿਬ ਬੈਠੇ ਹੈ, ਮੈਡਮ ਬੈਠੇ ਹੈ, ਤੁਹਾਡਾ ਯੂਨਿਟ ਕਾਮਯਾਬ ਕਰਕੇ ਦੇਣਗੇ। ਇਸ ਕੰਮ ਲਈ ਤੁਹਾਨੂੰ ਕਿਸੇ ਨੂੰ ਗਲਾਸ ਪਾਣੀ ਪਿਲਾਉਣ ਦੀ ਲੋੜ ਨਹੀਂ, ਕਿਸੇ ਦੀ ਸਿਫਾਰਿਸ਼ ਕਰਾਉਣ ਦੀ ਲੋੜ ਨਹੀਂ। ਗੁਰੂ ਘਰ ਦੇ ਵਿੱਚ ਸ਼ਬਦ ਬੋਲ ਰਿਹਾ, ਇਹਨਾਂ ਸ਼ਬਦਾਂ ਨੂੰ ਉਨੀ ਹੀ ਕੀਮਤ ਦੇਣਾ ਕਿ ਸਾਡੇ ਬੈਂਕ 'ਚ ਜਾਓਗੇ ਕੋਈ ਤੁਹਾਡੇ ਤੋਂ ਪਾਣੀ ਦਾ ਗਲਾਸ ਨਹੀਂ ਮੰਗਦਾ। ਹਾਂ, ਜੇ ਤੁਹਾਡੀ ਪਾਤਰਤਾ ਪੂਰੀ ਨਹੀਂ ਹੈ ਤਾਂ ਫਿਰ ਮੈਨੂੰ ਮਾਫੀ ਦਿਆ ਜੇ, ਕਿਉਂਕਿ ਜੇ ਕਿਸੇ ਦੀ ਸਿਬਲ ਖਰਾਬ ਹੈ, ਪਹਿਲਾਂ ਕਰਜ਼ਾ ਲੈ ਕੇ ਉਹਨੇ ਨਹੀਂ ਭਰਿਆ ਹੋਇਆ, ਜਾਂ ਪਹਿਲਾਂ ਕਰਜ਼ਾ ਲੈ ਕੇ ਕਿਤੇ ਮਾਫੀ ਕਰਾਈ ਹੋਈ ਹੈ, ਫਿਰ ਉਹਨਾਂ ਲੋਕਾਂ ਨੂੰ ਨਵਾਂ ਕਰਜ਼ਾ ਨਹੀਂ ਦੇ ਸਕਣਗੇ। ਇਸ ਲਈ ਆਪਣਾ ਵਿਹਾਰ, ਚਾਹੇ ਮਾਰਕੀਟ 'ਚ ਫਾਈਨਾਂਸਰ ਤੋਂ ਵੀ ਪੈਸੇ ਲਏ ਆ ਨਾ, ਵੈਸੇ ਤਾਂ ਨਾ ਲਿਆ ਕਰੋ ਕਿ ਤੁਹਾਨੂੰ ਅਸੀਂ 4 ਰੁਪਏ 6 ਰੁਪਏ ਵਾਲਾ ਪੈਸਾ ਦਿੰਦੇ ਹਾਂ, ਉਹ ਫਾਈਨਾਂਸਰ ਤੁਹਾਨੂੰ 24 ਰੁਪਏ ਤੋਂ ਲੈ ਕੇ 48 ਰੁਪਏ ਤੱਕ ਦਾ ਪੈਸਾ ਦਿੰਦਾ ਹੈ, ਅਤੇ ਤੁਸੀਂ ਉਹ ਪੈਸਾ ਲੈ ਆਉਂਦੇ ਹੋ ਤਾਂ ਬੈਂਕ ਨਹੀਂ ਜਾਂਦੇ ਕਿ 2 ਕਾਗਜ਼ ਪੂਰੇ ਕਰਨੇ ਪੈਣਗੇ। ਤਾਂ ਜਦੋਂ ਵੀ ਕਿਤੇ ਲੋੜ ਪਵੇ, ਤਾਂ ਜੇ ਤੁਹਾਡੀ ਕੋਈ ਲੋੜ ਹੈ ਤਾਂ ਬੈਂਕ ਜਾਓ, ਤੁਹਾਨੂੰ ਸਸਤੇ ਪੈਸੇ 'ਚ ਘੱਟ ਵਿਆਜ 'ਤੇ ਤੁਹਾਨੂੰ ਪੈਸਾ ਮਿਲਦਾ ਹੈ, ਤੁਹਾਡਾ ਇੱਜ਼ਤ ਮਾਣ ਸਤਿਕਾਰ ਸਾਰਾ ਕੁਝ ਬਰਕਰਾਰ ਰੱਖਿਆ ਜਾਂਦਾ ਹੈ। ਅਸੀਂ ਛੋਟੇ ਖਾਤੇ ਖੁਲਾਏ ਸੀ, ਹੁਣੇ ਚਰਚਾ ਕਰ ਰਹੇ ਸੀ 12 ਰੁਪਏ ਵਾਲੇ ਬੀਮਿਆਂ ਦੀ। ਛੋਟੇ ਖਾਤੇ ਖੁਲਾਏ ਸੀ ਕਿ 0 ਬੈਲੈਂਸ ਖਾਤਾ ਵੀ ਖੋਲ੍ਹ ਲਓ।
ਉਹ ਗਰੀਬ ਆਦਮੀ ਜੇ 150 ਰੁਪਈਆ ਵੀ ਕਦੀ ਜਮ੍ਹਾਂ ਕਰਾ ਦਿੰਦਾ, ਕਦੀ ਕਢਾ ਲੈਂਦਾ ਹੈ, ਔਰ ਉਹਦਾ 6 ਮਹੀਨੇ ਵਿਹਾਰ ਚੱਲ ਜਾਂਦਾ ਬੈਂਕ 'ਚ, ਤਾਂ ਉਹਦੇ ਵਾਸਤੇ ਵੀ ਸਕੀਮ ਹੈ। ਇਹ ਐਵੇਂ ਨਹੀਂ ਖੋਲ੍ਹੇ ਸੀ ਖਾਤੇ, ਇਹਨਾਂ ਦੇ ਪਿੱਛੇ ਕਾਰਨ ਸੀ ਕਿ ਜੇ ਉਹਨੇ 6 ਮਹੀਨੇ 100-200 ਜਮ੍ਹਾਂ ਕਰਾਇਆ, ਕਢਾ ਲਿਆ, ਉਹਦਾ ਕੋਈ ਟਰੈਕ ਬਣ ਗਿਆ ਕਿ ਹਾਂ ਵੀ ਇਹ ਪੈਸੇ ਬੈਂਕ ਆਣ ਜਾਣ ਕਰਨ ਲੱਗ ਗਿਆ ਹੈ, ਔਰ ਖੜੇ ਪੈਰ ਉਹਨੂੰ ਕਿਤੇ ਲੋੜ ਪੈ ਜੇ 5-10 ਹਜ਼ਾਰ ਦੀ, ਉਹ ਆਪਣੀ ਕਾਪੀ ਲੈ ਕੇ ਜਾਵੇ ਤਾਂ ਮੈਨੇਜਰ ਸਾਹਿਬ ਉਹਨੂੰ 5-10 ਹਜ਼ਾਰ ਰੁਪਇਆ ਮਨਜ਼ੂਰ ਕਰ ਦੇਣਗੇ। ਪਰ ਤਾਂ ਕਰਨਗੇ ਨਾ ਜੇ 6 ਮਹੀਨੇ ਉਹਨੇ ਵਰਤਿਆ ਹੋਊਗਾ। ਮੈਂ ਪਿੰਡਾਂ ਦੇ ਵਿੱਚ ਰਿਹਾ, ਮੈਂ ਸਮਾਜ 'ਚ ਵੇਖਿਆ ਕਿ 5-10 ਹਜ਼ਾਰ ਰੁਪਈਏ ਦੇ ਪਿੱਛੇ ਗਰੀਬ ਦੇ ਘਰ ਦਾ ਬੱਚਾ ਇਲਾਜ ਨਹੀਂ ਕਰਾ ਸਕਦਾ, ਮਰ ਜਾਂਦਾ। ਆਪਰੇਸ਼ਨ ਕਰਾਉਣਾ ਹੁੰਦਾ, ਬੱਚਾ ਹੋਣ ਵਾਲਾ ਹੁੰਦਾ, ਔਰ ਡੈਥ ਬੈੱਡ 'ਤੇ ਲੜਕੀ ਪਈ ਹੁੰਦੀ ਹੈ, ਉਹਦੇ ਬਾਪ ਕੋਲ ਪੈਸੇ ਨਹੀਂ ਹੁੰਦੇ। ਤੇ ਕੀ ਆਪਾਂ ਛੋਟੇ ਛੋਟੇ ਉਪਰਾਲੇ ਕਰਕੇ ਆਪਣੇ ਪਰਿਵਾਰ ਨੂੰ ਇਸ ਤਰੀਕੇ ਨਾਲ ਸਿਕਿਉਰ ਨਹੀਂ ਕਰ ਸਕਦੇ ਕਿ ਜੇ ਆਪਾਂ 6 ਮਹੀਨੇ ਕਦੀ 100 ਜਮ੍ਹਾਂ ਕਰਾਤਾ, ਕਦੀ 100 ਕਢਾ ਲਿਆ, ਬੈਂਕ 'ਚ ਇੱਕ ਵਿਹਾਰ ਬਣਾ ਲਿਆ, ਤੁਹਾਨੂੰ ਮੈਨੇਜਰ ਸਾਹਿਬ ਬੁਲਾ ਕੇ ਵੀ ਦੇ ਦੇਣਗੇ ਕਿ ਆਓ ਤੁਹਾਨੂੰ ਮੈਂ ਹੈਲਪ ਕਰ ਦਿੰਦਾ। ਅੱਜ 12 ਰੁਪਏ ਦੇ ਬੀਮੇ ਦੀ ਗੱਲ ਕੀਤੀ, ਤੁਹਾਡੇ ਸਾਰਿਆਂ ਦੇ ਹੋਏ ਆ? ਤੁਹਾਡੇ ਸਾਰਿਆਂ ਦੇ 12 ਰੁਪਏ ਵਾਲੇ ਬੀਮੇ ਹੋਏ ਆ? ਜਿਨ੍ਹਾਂ ਦਾ ਨਹੀਂ ਹੋਇਆ ਹੱਥ ਖੜੇ ਕਰਿਆ ਜੇ। ਹੁਣ ਇਹ ਨੌਜਵਾਨ ਵੀਰ ਮੇਰੇ 'ਚ ਖੜਾ ਹੈ, ਬਾਕੀ ਵੀ 70 ਸਾਲ ਤੋਂ ਘੱਟ ਨੇ। ਤੁਹਾਨੂੰ ਇਸ ਦੀ ਅਹਿਮੀਅਤ ਮੈਂ ਦੱਸਦਾ, ਇਹਦੀ ਕੀ ਅਹਿਮੀਅਤ ਹੈ। ਅੱਜ ਤੋਂ 20-25 ਸਾਲ ਪਹਿਲੇ ਇਹ ਸਕੀਮ ਨਹੀਂ ਸੀ ਹੁੰਦੀ। ਸੰਨ 90 ਦੀ ਗੱਲ ਹੈ, ਮੇਰੇ ਵੀ 2-3 ਸਾਲ ਹੋਏ ਸੀ ਬੈਂਕ 'ਚ। ਮੈਂ ਵਸੂਲੀ ਕਰਨ ਗਿਆ, ਵਸੂਲੀ ਵਾਸਤੇ ਇੱਕ ਗਰੀਬ ਦਾ ਦਰਵਾਜ਼ਾ ਖੜਕਾਇਆ, ਮੈਂ ਦਰਵਾਜ਼ਾ ਖੁੱਲ੍ਹਾ ਹੀ ਸੀ, ਖੁੱਲ੍ਹ ਗਿਆ। ਸਵੇਰੇ 6-6:30 ਦਾ ਟਾਈਮ ਸੀ, ਸਰਦੀਆਂ ਦੇ ਦਿਨ ਸੀ। ਹੁਣ ਉਹ ਛੋਟਾ ਜਿਹਾ ਵਿਹੜਾ ਸੀ, ਨਾਲ ਇੱਕ ਛੋਟਾ ਜਿਹਾ ਕਮਰਾ ਸੀ, ਉਹ ਲੇਡੀ ਬੈਠੀ ਸੀ, ਬੀਬੀ ਬੈਠੀ ਸੀ। ਨਹੀਂ, ਆਪਾਂ ਨੂੰ ਲੋੜ ਹੀ ਨਹੀਂ, 5 ਮਿੰਟ ਰਹਿਣ ਦੇ, ਮੇਰੀ ਗੱਲ ਸੁਣ ਲਓ। ਉਹਦਾ ਚੁੱਲ੍ਹਾ ਬੁਝਿਆ ਹੋਇਆ ਸੀ, ਕੋਲ ਬੱਚੇ 2-3 ਬੈਠੇ, ਤੇ ਉਹਨਾਂ ਦੇ ਪੂਰੇ ਕੱਪੜੇ ਨਹੀਂ ਸੀ। ਇਹ ਹਕੀਕਤ ਹੈ, ਮੈਨੂੰ ਕਦੀ ਵੀ ਨਹੀਂ ਭੁੱਲਦੀ। ਹੁਣ ਮੈਂ ਵਸੂਲੀ ਲਈ ਗਿਆ ਸੀ, ਬੈਂਕ ਵੱਲੋਂ ਗਿਆ ਸੀ, ਤਾਂ ਮੈਂ ਉਹਨੂੰ ਪੁੱਛਿਆ, ਬੀਬਾ ਸਾਡੇ ਪੈਸੇ ਕਿਉਂ ਨਹੀਂ ਭਰਦੇ, ਕਿ ਸਾਡੇ ਪੈਸੇ ਕਿਉਂ ਨਹੀਂ ਭਰਦੇ? ਹੁਣ ਉਸ ਲੇਡੀ ਦਾ ਜਵਾਬ ਸੁਣਿਆ ਜੇ, ਔਰ ਆਪਣੇ ਪਿੰਡ ਦੇ ਸਮਾਜ ਦੇ ਆਸ-ਪਾਸ ਨਿਗਾਹ ਮਾਰ ਕੇ ਵੇਖਿਆ ਜੇ। ਉਹ ਲੇਡੀ ਕਹਿੰਦੀ ਕਿ ਵੇ ਵੀਰਾ, ਤੇਰੇ ਪੈਸੇ ਕਿੱਥੋਂ ਦੇਵਾਂ, ਤੇਰੇ ਪੈਸੇ ਕਿੱਥੋਂ ਦੇਵਾਂ? ਮੇਰਾ ਤਾਂ ਸਾਈਂ ਵੀ ਮੁੱਕ ਗਿਆ, ਮੇਰੇ ਕੋਲ ਤਾਂ ਖੰਡ ਚਾਹ ਵੀ ਹੈ ਨਹੀਂ, ਮੇਰਾ ਤਾਂ ਚੁੱਲ੍ਹਾ ਵੀ ਬੁਝਿਆ ਹੋਇਆ। ਉਹ ਜੋ ਮੈਂ ਇਸ ਤਰ੍ਹਾਂ ਖੜਾ ਸੀ, ਮੈਂ ਇਸੇ ਤਰ੍ਹਾਂ ਘੁੰਮ ਗਿਆ ਔਰ ਨਿਕਲ ਗਿਆ ਬਾਹਰ। ਮੈਂ 3 ਸਾਲ ਉੱਥੇ ਰਿਹਾ, ਮੈਂ ਦੁਬਾਰਾ ਕਦੀ ਉਹਦੇ ਘਰ ਪੈਸੇ ਮੰਗਣ ਨਹੀਂ ਗਿਆ, ਮੈਂ ਗਿਆ ਹੀ ਨਹੀਂ। ਹੁਣ ਮੈਂ ਉੱਥੋਂ ਚੱਲ ਕੇ ਆ ਗਿਆ, ਮੈਂ ਆਪਣਾ ਕੰਮ ਤਾਂ ਕਰ ਲਿਆ, ਠੀਕ ਹੈ, ਮੈਂ ਦੁਬਾਰਾ ਉਹਦੇ ਘਰ ਪੈਸੇ ਨਹੀਂ ਮੰਗਣ ਗਿਆ। ਪਰ ਹੁਣ ਸਵਾਲ ਉੱਠਦਾ ਹੈ, ਕੀ ਪਿੰਡ ਦਾ ਕੋਈ ਪੰਚ, ਸਰਪੰਚ, ਕੋਈ ਮੰਤਰੀ, ਸੰਤਰੀ, MLA ਜਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਦੇ ਘਰ ਗਿਆ ਇਹ ਵੇਖਣ ਲਈ ਕਿ ਉਹਦੇ ਕੱਪੜੇ ਬੱਚਿਆਂ ਦੇ ਤਣ 'ਤੇ ਆਏ ਕਿ ਨਹੀਂ ਆਏ, ਉਹਦਾ ਚੁੱਲ੍ਹਾ ਬਲਿਆ ਕਿ ਨਹੀਂ ਬਲਿਆ? ਜੇ ਉਸ ਟਾਈਮ ਇਹੋ ਜਿਹੀ ਕੋਈ ਯੋਜਨਾ ਹੁੰਦੀ ਕਿ ਜੇ ਕੋਈ ਐਕਸੀਡੈਂਟਲ ਡੈਥ ਹੋ ਗਈ, ਉਹਦਾ 12 ਰੁਪਏ ਦਾ ਬੀਮਾ ਹੋਇਆ ਹੁੰਦਾ, 2 ਲੱਖ ਰੁਪਏ ਉਹਦੇ ਘਰੇ ਗਿਆ ਹੁੰਦਾ, ਕਿਤੇ ਇੱਕ ATM ਕਾਰਡ ਵੀ ਉਹਨੇ ਰੱਖਿਆ ਹੁੰਦਾ, 2 ਲੱਖ ਹੋਰ ਜਾਂਦਾ, ਅਤੇ ਜੇ 2-4 ਲੱਖ ਉਹਦੇ ਘਰੇ ਗਿਆ ਹੁੰਦਾ ਤਾਂ ਉਹਦੇ ਬੱਚੇ ਰੋਟੀ ਨੂੰ ਮੁਹਤਾਜ ਨਾ ਹੋਏ ਹੁੰਦੇ। ਉਹ ਲੇਡੀ ਆਹ ਸ਼ਬਦ ਨਾ ਬੋਲਦੀ ਕਿ ਮੇਰਾ ਤਾਂ ਚੁੱਲ੍ਹਾ ਵੀ ਬੁਝਿਆ। ਇਹ ਬੇਸ਼ੱਕ ਛੋਟਾ ਜਿਹਾ ਕੰਮ ਤੁਹਾਨੂੰ ਲੱਗਦਾ, ਪਰ ਜਿੰਨੇ ਮੇਰੇ ਕੋਲ ਇੱਥੇ ਮੌਜੂਦ ਬੈਠੇ ਆ ਉਹ ਸਾਰੇ ਆਪਣਾ ਆਪਣਾ ਖਾਤਾ ਖੁਲਾ ਕੇ, ਨਹੀਂ ਕੁਛ ਕਰਨਾ ਨਾ ਕਰੋ, ਘੱਟੋ ਘੱਟ 12 ਰੁਪਏ ਵਾਲਾ ਬੀਮਾ ਤਾਂ ਲੈ ਲਓ। ਜੇ ਤੁਹਾਡੇ ਘਰੇ ਮੈਂ ਹੁਣੇ ਜਾਵਾਂ ਤਾਂ ਚਾਹ ਦਾ ਕੱਪ ਨਹੀਂ ਪਿਆ ਸਕੋਗੇ 12 ਰੁਪਏ 'ਚ, ਤਾਂ 12 ਰੁਪਏ 'ਚ ਪੂਰਾ ਸਾਲ 18 ਤੋਂ ਲੈ ਕੇ 70 ਸਾਲ ਦੇ ਜੋ ਵਸਨੀਕ ਹੈਗੇ ਇਸ ਮੁਲਕ ਦੇ, ਉਹ ਆਪਣੇ ਆਪ ਨੂੰ 2 ਲੱਖ ਤੱਕ ਸਿਕਿਉਰ ਕਰ ਲਓ। ਤੇ ਇਹ ਕੰਮ ਜ਼ਰੂਰ ਕਰਿਆ ਜੀ। ਛੋਟਾ ਛੋਟਾ ਕਰੋਨਾ ਆ ਗਿਆ, ਲੋਕਾਂ ਦਾ ਇਲਾਜ ਨਹੀਂ ਹੋ ਸਕਿਆ, ਕਿੰਨੇ ਲੋਕ ਮਰ ਗਏ। ਕੋਈ ਇਲਾਜ ਖਣੂ ਮਰ ਗਿਆ, ਕੋਈ ਹਸਪਤਾਲ ਜਾ ਕੇ ਮਰ ਗਿਆ ਕਿ ਉਹਨੂੰ ਆਕਸੀਜਨ ਦਵਾਈ ਨਹੀਂ ਮਿਲੀ। ਜਿਹਦੇ ਕੋਲ ਪੈਸੇ ਸੀ ਉਹਨੇ ਕੰਮ ਕਰ ਲਿਆ। ਅਸੀਂ 1600 ਰੁਪਈਆਂ 'ਚ ਤੁਹਾਨੂੰ ਇੱਕ ਹੈਲਥ ਇੰਸ਼ੋਰੈਂਸ ਦਿੰਦੇ ਹਾਂ, ਰੈਲੀ ਕੇਅਰ ਕੰਪਨੀ ਨਾਲ ਸਾਡਾ ਸਮਝੌਤਾ ਹੈ। 1600 ਰੁਪਏ 'ਚ 50,000 ਰੁਪਏ ਤੱਕ ਦਾ ਮੁਫਤ ਇਲਾਜ ਹੋ ਜਾਂਦਾ। ਇਹ ਤਾਂ ਸਰ ਹਰੇਕ ਬੈਂਕ ਨਾਲ ਹੀ ਹੋਣਾ, ਹਰੇਕ ਬੈਂਕ ਨਾਲ ਹੋਏਗਾ। ਮੈਂ ਆਪਦੇ ਬੈਂਕ ਦੀ ਗੱਲ ਕਰਾਂਗਾ, ਠੀਕ ਹੈ। ਤਾਂ 1600 ਰੁਪਈਆ ਸਾਲ ਦਾ ਖਰਚ ਕੇ, ਸਾਲ ਦਾ 1600 ਰੁਪਇਆ ਖਰਚ ਕੇ ਤੁਸੀਂ ਆਪਣੇ ਪਰਿਵਾਰ 'ਚ ਮੰਨ ਲਓ 2 ਜੀ ਤੁਸੀਂ ਆਪ ਹੋ, 2 ਤੁਹਾਡੇ ਮਾਂ ਪਿਓ ਹੈ, ਇੱਕ ਬੱਚਾ ਵੀ, 5 ਬੰਦਿਆਂ ਦਾ ਫ੍ਰੀ ਇਲਾਜ 50,000 ਰੁਪਏ ਤੱਕ ਕਰਾ ਸਕਦੇ ਹੋ। ਅਤੇ ਜੇ ਤੁਸੀਂ ਰਕਮ ਜ਼ਿਆਦਾ ਲਾਓਗੇ ਤਾਂ ਉਹ ਤੁਸੀਂ 50,000 ਦੀ ਬਜਾਏ ਲੱਖ, 2 ਲੱਖ, 5 ਲੱਖ ਤੱਕ ਦਾ ਵੀ ਕਰਾ ਸਕੋਗੇ। ਤਾਂ ਕਿਸ ਟਾਈਮ ਇਹੋ ਜਿਹੀ ਘੜੀ ਦੁਬਾਰਾ ਨਾ ਆਵੇ, ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਪਰ ਜੇ ਕਿਤੇ ਆਉਂਦੀ ਵੀ ਹੈ ਤਾਂ ਤੁਹਾਡੇ ਕੋਲ ਇੰਨੀ ਤਾਕਤ ਹੋਵੇ ਨਾ, ਤੁਸੀਂ ਆਪਣਾ ਇਲਾਜ ਕਰਾ ਸਕੋ, ਜਾਂ ਇਲਾਜ ਕਰਾਉਣ 'ਚ ਕਿਤੇ ਆਪਦਾ ਘਰ-ਬਾਰ ਸਾਰਾ ਹੀ ਵੇਚ ਦਿਓ। ਜਿਹੜਾ ਜਿਉਂਦਾ ਬਚ ਆਵੇ ਤਾਂ ਉਹਨੂੰ ਵੇਖ ਕੇ ਲੋਕ ਚਿੜ੍ਹਦੇ ਨੇ ਪਰਿਵਾਰ ਦੇ ਕਿ ਇਹਦੇ ਚੱਕਰ 'ਚ ਘਰ ਮਕਾਨ ਸਭ ਵਿਕ ਗਿਆ। ਉਹਨੂੰ ਵੇਖ ਕੇ ਕਿਹੜਾ ਖੁਸ਼ ਹੋਣਗੇ ਟੱਬਰ ਸਾਰਾ।
ਇਸ ਲਈ ਆਪਣਾ ਫਿਊਚਰ ਜੋ ਹੈ, ਆਪਣਾ ਭਵਿੱਖ ਜੋ ਹੈ, ਉਹਨੂੰ ਵੇਖਦੇ ਹੋਏ ਜਿੱਥੇ ਤੁਹਾਨੂੰ ਥੋੜੀ ਮਿਹਨਤ ਕਰਨੀ ਪੈਂਦੀ ਹੈ, 2 ਰੁਪਏ ਖਰਚ ਕਰਨੇ ਪੈਂਦੇ ਤੇ ਜ਼ਰੂਰ ਕਰੋ। ਇਹ 12 ਰੁਪਏ ਜਾਂ 1600 ਰੁਪਏ ਤੁਹਾਡਾ ਕੋਈ ਲੈ ਨਹੀਂ ਲਏਗਾ, ਤੁਹਾਨੂੰ ਸਿਕਿਉਰ ਕਰਕੇ ਦੇਗਾ, ਤੁਹਾਡੀ ਰਸੀਦ ਬਣਾ ਕੇ ਦੇਗਾ। ਇਹਨਾਂ ਨੂੰ ਕੀ ਮਿਲਣਾ? ਇਹਨਾਂ ਨੂੰ ਤਾਂ ਸਮਾਜ ਸੇਵਾ ਕਰਨ ਦੇ ਵਾਸਤੇ 4 ਕਾਗਜ਼ ਹੋਰ ਭਰਨੇ ਪੈਣੇ ਆ, 4 ਦਾ ਖਾਤਾ ਵੱਖਰਾ ਹੋਰ ਸਾਂਭਣਾ ਪੈਣਾ, ਤਨਖਾਹ ਥੋੜ੍ਹਾ ਵਾਜੂ ਇਹਦੇ ਨਾਲ। ਤੇ ਇਸ ਲਈ ਜੋ ਵੀ ਸਕੀਮਾਂ ਸਰਕਾਰ ਬਣਾਉਂਦੀ ਹੈ ਜਨ ਹਿੱਤ 'ਚ ਸਮਾਜ ਦੇ ਵਿੱਚ, ਕਿਉਂਕਿ ਅਸੀਂ ਸਮਾਜ ਦਾ ਇੱਕ ਹਿੱਸਾ ਹੈਗੇ ਆ, ਅਸੀਂ ਤੁਹਾਡੇ ਵਿੱਚ ਆਉਂਦੇ ਆ, ਸਾਡੇ ਵੀ ਉਨਾ ਹੀ ਦਰਦ ਹੁੰਦਾ ਜਿੰਨਾ ਤਕਲੀਫ ਤੁਸੀਂ, ਜਦੋਂ ਕੋਈ ਤਕਲੀਫ ਸਮਾਜ 'ਚ ਆਉਂਦੀ ਹੈ ਤਾਂ ਦਰਦ ਸਾਨੂੰ ਵੀ ਮਹਿਸੂਸ ਹੁੰਦਾ ਹੈ, ਤੇ ਉਹ ਤਕਲੀਫ ਨਾ ਆਵੇ ਇਸ ਲਈ ਅਸੀਂ ਆ ਕੇ ਤੁਹਾਡੇ 'ਚ ਬੋਲਦੇ ਹਾਂ। ਜੇ ਅਸੀਂ ਇਹਨਾਂ ਬੋਲਣ ਨਾ ਵੀ ਆਈਏ ਤਾਂ ਵੀ ਤਨਖਾਹ ਮਿਲੇਗੀ। ਫਰਜ਼ ਸਮਝ ਕੇ ਜੋ ਸਰਕਾਰ ਨੇ ਜ਼ਿੰਮੇਵਾਰੀ ਲਾਈ ਹੈ, ਜਾਂ ਪ੍ਰਮਾਤਮਾ ਨੂੰ ਸਾਹਮਣੇ ਰੱਖ ਕੇ ਤੁਹਾਨੂੰ ਆਪਣੀ ਸਾਰੀ ਗੱਲ ਦੱਸਦੇ ਹਾਂ। ਬੜੀ ਇਮਾਨਦਾਰੀ ਨਾਲ ਜੋ ਬੈਂਕ ਦੀ ਸਕੀਮ ਹੈ ਤੁਹਾਡੇ 'ਚ ਪ੍ਰਚਾਰਿਤ ਕਰਦੇ ਹਾਂ, ਤੇ ਜੋ ਉਹਦਾ ਲਾਭ ਲੈ ਸਕਦੇ ਹੋ ਜ਼ਰੂਰ ਲਓ। ਤੁਸੀਂ ਗਰਮੀ ਦੇ ਵਿੱਚ ਬੈਠ ਕੇ ਮੇਰੀਆਂ ਗੱਲਾਂ ਸੁਣੀਆਂ, ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਮੈਂ ਤੁਹਾਡੇ ਕੋਲ 10-15 ਮਿੰਟ ਬੈਠਾ, ਤਾਂ ਤੁਸੀਂ ਆਪਣਾ ਸਵਾਲ ਜ਼ਰੂਰ ਦਿਆ ਜੇ। ਸਾਰਿਆਂ ਦੀ ਹਾਜ਼ਰੀ ਜ਼ਰੂਰ ਲਵਾ ਲਿਆ ਜੇ, ਟੈਲੀਫੋਨ ਨੰਬਰ ਲੈ ਲਿਆ ਜੇ। ਜੇ ਕਿਸੇ ਦੀ ਕੋਈ ਲੋੜ ਹੋਵੇ ਤਾਂ ਉਹ ਮੈਂ ਉਮੀਦ ਕਰਾਂਗਾ DCO ਸਾਹਿਬ, ਚੀਫ ਸਾਹਿਬ, ਕਿ ਤੁਸੀਂ ਜ਼ਰੂਰ ਪੂਰੀ ਕਰੋਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ। For all breaking updates and latest news, you must subscribe Awesome News। हर खबर दा सच।